ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 डेज, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ Freightline ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਬਾਈ ਜੀ, ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰੀਜਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ। ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519 622 0660 519 622 0660 QTL, because we care. Quick Truck Lube। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ, ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਇਸ ਵਕਤ ਸਟੂਡੀਓ 'ਚ ਮੌਜੂਦ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸੁਖਪਾਲ ਖਹਿਰਾ ਦੀ ਹੁਣ ਬਾਂਹ ਮਰੋੜਨ ਦੀ ਕਿਉਂ ਲੋੜ ਪਈ? ਕਿਉਂਕਿ ਐਡੇ ਵੀ ਜੇ ਆਪਾਂ ਗੱਲ ਆਖੀਏ ਵੀ ਐਕਟਿਵ ਨਜ਼ਰ ਨਹੀਂ ਆ ਰਹੇ, ਜਾਂ ਕੋਈ ਪੁਰਾਣੀ ਰੰਜਿਸ਼ ਸੀ ਜਾਂ ਕੀ ਸੀ ਵੀ ਦਰੀਆਂ ਤੇ ਖੇਸ ਫਰੋਲਦੀ ਫਿਰੀ ED? ਦੇਖੋ, ਗੱਲ ਇਹ ਵੀ ED ਇੱਕ ਅਜਿਹਾ ਸੰਦ ਹੈ ਭਾਰਤ ਸਰਕਾਰ ਕੋਲੇ ਜੀ, ਜਿਹਨੂੰ ਵਿਰੋਧੀਆਂ ਦੇ ਖਿਲਾਫ ਜਦੋਂ ਮਰਜ਼ੀ ਚਾਹੇ ਇਸਤੇਮਾਲ ਕਰ ਸਕਦੀ ਹੈ ਜੀ। ਜੇ ਆਪਾਂ ਅਤੀਤ 'ਚ ਨਿਗਾਹ ਮਾਰੀਏ
ਹਾਂਜੀ ਤਾਂ ਜਿੱਥੇ ਕਿਤੇ ਇਲੈਕਸ਼ਨਾਂ ਹੋਣੀਆਂ ਹੁੰਦੀਆਂ, ਇਲੈਕਸ਼ਨਾਂ ਤੋਂ ਪਹਿਲਾਂ ਈਡੀ ਜਾ ਟੁਕਦੀ ਹੈ। ਬਿਲਕੁਲ। ਈਡੀ ਹੋ ਗਈ, CBI ਹੋ ਗਈ, ਇਨਕਮ ਟੈਕਸ ਹੋ ਗਿਆ। ਬੰਗਾਲ ਦੇ ਵਿੱਚ ਚੋਣਾਂ ਹੋ ਰਹੀਆਂ ਜੀ। ਤੇ ਮਮਤਾ ਬੈਨਰਜੀ ਦਾ ਭਤੀਜਾ ਦਿਖ ਗਿਆ, ਉਹਦੀ ਭਤੀਜ ਨੂੰ ਦਿਖ ਗਈ, ਉਹਨਾਂ ਦੇ ਰਿਸ਼ਤੇਦਾਰ ਦਿਸ ਗਏ, ਨਾਲ ਦੀ ਨਾਲ ਈਡੀ ਉੱਥੇ ਪਹੁੰਚ ਗਈ, CBI ਪਹੁੰਚ ਕੇ ਉਹਨਾਂ ਨੇ ਆਪਣੇ ਬਿਆਨ ਬੂਨ ਲਿਖਣੇ ਸ਼ੁਰੂ ਕਰ ਦਿੱਤੇ। ਇਹੀ ਸਥਿਤੀ ਜੇ ਅਸੀਂ ਦੇਖੀਏ ਤਾਂ ਪੰਜਾਬ ਦੀ ਹੈ। ਪੰਜਾਬ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਪਹਿਲਾ ਬੰਦਾ ਨਹੀਂ ਜੀ। ਇਹ ਤੋਂ ਪਹਿਲਾਂ ਈਡੀ ਨੇ ਨੋਟਿਸ ਬਹੁਤ ਸਾਰੇ ਲੋਕਾਂ ਨੂੰ ਭੇਜੇ ਹੋਏ, ਟਰਾਂਸਪੋਰਟਰਾਂ ਨੂੰ ਭੇਜੇ ਹੋਏ ਹੈ ਜੀ, ਆੜ੍ਹਤੀਆਂ ਨੂੰ ਭੇਜੇ ਹੋਏ ਹੈ, ਇੱਥੋਂ ਤੱਕ ਕਿ ਕਿਸਾਨਾਂ ਦੀ ਮਦਦ ਕਰਨ ਵਾਲੇ ਜਿਹੜੇ ਹੋਰ ਲੋਕ ਹੈ ਵਪਾਰੀ, ਉਹਨਾਂ ਨੂੰ ਵੀ ਨੋਟਿਸ ਭੇਜੇ ਹੈ ਜੀ। ਇਮੀਡੀਏਟ ਕਾਰਨ ਕੀ ਹੈ ਸੁਖਪਾਲ ਸਿੰਘ ਖਹਿਰਾ ਦਾ, ਇਹ ਤਾਂ ਜਾਣਦੇ ਹੋਣਗੇ ਕੇਂਦਰ ਵਾਲੇ। ਲੇਕਿਨ ਸੁਖਪਾਲ ਸਿੰਘ ਖਹਿਰਾ ਜਦੋਂ ਐਕਟਿਵ ਹੈ ਜੀ, ਉਹ 2-3 ਚੀਜ਼ਾਂ ਨੂੰ ਲੈ ਕੇ ਐਕਟਿਵ ਹੈ। ਕਿਸਾਨ ਅੰਦੋਲਨ ਦੀ ਉਹ ਬੰਦਾ ਹਮਾਇਤ ਕਰਦਾ ਹੈ, ਪੰਜਾਬ ਦੇ ਵਿੱਚ ਤੀਜਾ ਧੜਾ ਬਣਾਉਣ ਵਾਸਤੇ ਵੀ ਉਹ ਜਦੋਜਹਿਦ ਕਰ ਰਿਹਾ ਹੈ ਜੀ। ਤੇ ਕਿਸਾਨ ਅੰਦੋਲਨ ਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਮੌਤ ਹੋਈ ਸੀ, ਨਵਰੀਤ ਦੀ 26 ਜਨਵਰੀ ਨੂੰ। ਹਾਂ ਉਸ ਮੁੱਦੇ ਨੂੰ ਉਠਾਉਣ ਦੇ ਵਿੱਚ ਵੀ ਉਹਦਾ ਵੱਡਾ ਯੋਗਦਾਨ ਹੈ। ਇਹਨਾਂ ਚੋਂ ਕਿਹੜੀ ਚੀਜ਼ ਹੈ ਇਹ ਤਾਂ ਆਪਾਂ ਨੂੰ ਸਮਝ ਨਹੀਂ ਆਉਂਦੀ। ਤੇ ਕੱਲ ਪੰਜਾਬ ਦੀ ਵਿਧਾਨ ਸਭਾ 'ਚ ਜਦੋਂ ਇਹ ਮਾਮਲਾ ਉੱਠਿਆ ਸੀ ਜੀ, ਉੱਥੇ ਇੱਕ ਮੈਂਬਰ ਨੇ ਇਹ ਬੜਾ ਇੰਟਰਸਟਿੰਗ ਮਾਮਲਾ ਉਠਾਤਾ ਕਿ BJP ਵਾਲਿਆਂ ਦੇ ਕੋਲੇ ਪੰਜਾਬ 'ਚ ਕੋਈ ਚਿਹਰਾ ਹੈ ਨਹੀਂ ਜੀ, ਉਹਨਾਂ ਦੀ ਨਿਗਾਹ ਕਿਸੇ ਸਿੱਖ ਚਿਹਰੇ ਤੇ ਹੈ ਜੀ। BJP ਕੋਲੇ ਜਿਹੜਾ ਇੱਕੋ ਇੱਕ ਚਿਹਰਾ ਸੀ, ਉਹਦਾ ਨਾਂ ਹੈਗਾ ਹਰਜੀਤ ਸਿੰਘ ਗਰੇਵਾਲ। ਹਾਂਜੀ। ਹਰਜੀਤ ਸਿੰਘ ਗਰੇਵਾਲ ਨੇ ਜਿੰਨੀ ਕੁ ਇੱਜ਼ਤ ਬਣਾਈ ਹੈ ਆਪਦੀ, ਉਹ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਜੀ। ਉਹਦੇ ਪਿੰਡ ਦੇ ਲੋਕ ਹੀ ਧਨੌਲੇ ਦੇ ਦੱਸੀ ਜਾਂਦੇ ਕਿ ਉਹਦਾ ਕਿੰਨਾ ਕੁ ਮਾਣ ਸਤਿਕਾਰ ਹੈ। ਉਹਨੂੰ ਕਿਤੇ ਹੋਰ ਐਡਜਸਟ ਕਰ ਦੇਣਗੇ, ਕੋਈ ਕੰਸਟੀਟਿਊਸ਼ਨਲ ਪੋਸਟ ਦੇ ਸਕਦੇ ਹੋ ਤਾਂ ਜੋ ਮਰਜ਼ੀ ਚੇਅਰਮੈਨ, ਬਥੇਰੀਆਂ ਚੇਅਰਮੈਨੀਆਂ ਹੈਗੀਆਂ, ਮੈਂਬਰੀਆਂ ਹੈਗੀਆਂ, ਬਹੁਤ ਕੁਛ ਹੈ। ਰਾਜ ਸਭਾ 'ਚ ਵੀ ਨਾਮਜ਼ਦ ਕੀਤਾ ਜਾ ਸਕਦਾ ਹੈ, ਘੱਟ ਗਿਣਤੀ ਭਾਈਚਾਰੇ ਵਾਲੇ ਪਾਸੇ 'ਚ ਵੀ ਕੀਤਾ ਜਾ ਸਕਦਾ, ਜੋ ਮਰਜ਼ੀ ਇਹ ਕਰਨ। ਲੇਕਿਨ ਕਹਿੰਦੇ ਵੀ ਇੱਥੇ ਇਲੈਕਸ਼ਨ ਲੜਨ ਵਾਸਤੇ ਕੋਈ ਹੈ ਨਹੀਂ ਜੀ। ਕਹਿੰਦੇ ਵੀ ਸ਼ਾਇਦ ਸੁਖਪਾਲ ਸਿੰਘ ਖਹਿਰਾ ਤੇ ਵੀ ਦਬਾਅ ਪਾਉਂਦੇ ਹੋ ਵੀ ਸਾਡੇ ਕੰਨੀ ਆ ਜਾ। ਮੈਨੂੰ ਵੈਸੇ ਹੁਣ ਤਾਂ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਸੁਖਪਾਲ ਸਿੰਘ ਖਹਿਰਾ ਜਾਊਗਾ ਕਿਵੇਂ, ਪਰ ਜਦੋਂ ਬੰਗਾਲ ਦਾ ਇਤਿਹਾਸ ਦੇਖਦੇ ਹਾਂ ਆਪਾਂ ਜੀ, ਤੁਸੀਂ ਇਹ ਦੇਖੋ ਕਿ ਜਿੰਨੇ ਬੰਦੇ ਤੋੜ ਕੇ ਮਮਤਾ ਪਾਰਟੀ ਦੇ ਨੇ ਆਪਣੇ ਨਾਲ ਰਲਾਏ ਹੈ, ਪਹਿਲਾਂ ਉਹਨਾਂ ਤੇ ਇਲਜ਼ਾਮ ਲਾਏ, ਫਿਰ ਮੁੜ ਕੇ ਨਾਲ ਇਹ ਕਿਹਾ ਕਿ ਇਹ ਚਿੱਟ ਫੰਡ ਕੰਪਨੀਆਂ 'ਚ ਜਿੱਦੇ ਉਹ ਇਹਨਾਂ 'ਚ ਰਲ ਜਾਂਦੇ ਉਹਦੇ ਕਹਿੰਦੇ ਜੀ ਇਹ ਦੁੱਧ ਹੈ। ਇਹੀ ਚੀਜ਼ ਤੁਸੀਂ ਦੇਖੋ, ਮੈਂ ਤੁਹਾਨੂੰ ਤੇਲਗੂ ਦੇਸ਼ਮ ਵਾਲਿਆਂ ਦੀ ਮਿਸਾਲ ਦਿਨਾ। ਤੇਲਗੂ ਦੇਸ਼ਮ ਤਾਮਿਲਨਾਡੂ ਦੀ ਪਾਰਟੀ ਹੈ ਜੀ, ਲੀਡਰ ਹੈ ਉਹਦਾ ਚੰਦਰ ਬਾਬੂ ਨਾਇਡੂ। ਉਹਨਾਂ ਦੀ ਪਾਰਟੀ ਦੇ ਰਾਜ ਸਭਾ ਦੇ ਵਿੱਚ 4 ਮੈਂਬਰ ਸੀ ਜੀ। 4 ਮੈਂਬਰਾਂ ਦੇ ਮਗਰ ਈਡੀ ਲਾਤੀ। ਉਹ ਕਦੇ ਕੋਈ ਦਿਨ ਨੋਟਿਸ, ਕਦੇ ਕੋਈ ਦਿਨ ਤੁਹਾਡੇ ਖਿਲਾਫ ਆਇਆ ਤੇ ਤੁਹਾਡੇ ਖਿਲਾਫ ਆਇਆ। ਉਹਨਾਂ ਨੇ ਪਾਰਲੀਮੈਂਟ 'ਚ ਰੌਲਾ ਵੀ ਪਾਇਆ, ਕਿਸੇ ਨੇ ਸੁਣਵਾਈ ਨਾ ਕੀਤੀ। ਅਖੀਰ ਇੱਕ ਦਿਨ ਖਬਰ ਆ ਗਈ ਜੀ ਕਿ ਪਾਰਲੀਮੈਂਟ ਦੇ 4 ਮੈਂਬਰਾਂ ਨੇ ਜਿਹੜੇ TDP ਦੇ ਹੈ, ਉਹਨਾਂ ਨੇ ਬੈਠ ਕੇ ਇੱਕ ਮਤਾ ਪਾਤਾ ਕਿ ਲੋਕ ਸਭਾ ਰਾਜ ਸਭਾ ਦੇ ਵਿੱਚ ਜਿਹੜੀ ਸਾਡੀ ਸਟਰੈਂਥ ਹੈ ਜੀ, ਸਾਡਾ ਪਾਰਟੀ ਗਰੁੱਪ ਹੈ, ਅਸੀਂ ਸਾਰੇ ਦੇ ਸਾਰੇ ਜਿਹੜੇ ਭਾਰਤੀ ਜਨਤਾ ਪਾਰਟੀ ਜੁਆਇਨ ਕਰਦੇ ਹਾਂ, ਮਰਜ ਕਰਦੇ ਹਾਂ। ਅੱਛਾ ਜੀ। ਉਹਨਾਂ ਨੇ ਜੀ ਜਿਹੜੇ ਚੇਅਰਮੈਨ ਨੇ ਪ੍ਰਵਾਨਗੀ ਦਿੱਤੀ, ਉਪ ਚੇਅਰਮੈਨ ਨੇ ਮਰਜ ਕਰ ਲਿਆ ਜੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਕਦੇ ਖਬਰ ਆਈ ਹੈ ਵੀ ਈਡੀ ਵਾਲੇ ਫਿਰਦੇ ਨਾ? ਉਹ ਈਡੀ ਦਾ ਮੁਕੱਦਮਾ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ। ਸੋ ਮੈਨੂੰ ਇਹ ਲੱਗਦੀ ਹੈ ਕਿ ਸੁਖਪਾਲ ਸਿੰਘ ਖਹਿਰਾ ਨਾਲ ਵੀ ਸ਼ਾਇਦ ਉਹ ਇਹੋ ਜਿਹਾ ਹੀ ਦੇਖਦੇ ਹਨ, ਕਿਉਂਕਿ ਸੁਖਪਾਲ ਸਿੰਘ ਖਹਿਰਾ ਦੇ ਵਿੱਚ ਕੁਆਲਿਟੀ ਹੈਗੀ ਹੈ, ਬੋਲਣ ਵੀ ਜਾਣਦਾ ਹੈ, ਉਹ ਬੰਦੇ ਦੇ ਵਿੱਚ ਡੈਸ਼ ਵੀ ਹੈਗੀ ਹੈ, ਉਹ ਵੱਡੇ ਤੋਂ ਵੱਡੇ ਬੰਦੇ ਨੂੰ ਸਿੱਧਾ ਵੀ ਕਰ ਲੈਂਦਾ ਹੈ। ਚਲੋ ਹੈ ਤਾਂ ਮਤਲਬ ਆਪਾਂ ਜੰਗ ਤਾਂ ਨਹੀਂ ਕਹਿ ਸਕਦੇ, ਐਨਰਜੀ ਹੈਗੀ ਹੈ। ਦੋਤਿਆਂ ਪੋਤਿਆਂ ਵਾਲਾ। ਹਾਂ, ਦੋਤਿਆਂ ਪੋਤਿਆਂ ਵਾਲਾ ਬੰਦਾ ਮਤਲਬ ਕਿਸੇ ਹੱਦ ਤੱਕ ਜਾ ਸਕਦਾ। ਇਹੋ ਜਿਹੀਆਂ ਗੱਲਾਂ ਵੀ ਹੋ ਸਕਦੀਆਂ, ਪਰ ਜਿਹੜਾ ਤੌਰ ਤਰੀਕਾ ਇਸਤੇਮਾਲ ਕੀਤਾ ਗਿਆ ਤੇ ਜਿਹੜਾ ਸਮਾਂ ਇਸਤੇਮਾਲ ਕੀਤਾ ਗਿਆ, ਗੱਲ ਉਹਦੀ ਹੈ ਜੀ। ਦੇਖੋ, ਰਾਜਨੀਤਿਕ ਬੰਦੇ ਜਿਹੜੇ ਰਾਜਨੀਤੀ ਦੇ ਵਿੱਚ ਹੈ, ਆਪਾਂ ਕਿਸੇ ਨੂੰ ਕੋਈ ਸਰਟੀਫਿਕੇਟ ਨਹੀਂ ਦੇ ਸਕਦੇ ਜੀ। ਭਾਰਤ ਦੇ ਵਿੱਚ ਸਿਰਫ ਇੱਕੋ ਰਾਜਨੀਤਿਕ ਬੰਦੇ ਨੂੰ ਸਰਟੀਫਿਕੇਟ ਦਿੱਤਾ ਜਾ ਸਕਦਾ ਵੀ ਉਹ ਇਮਾਨਦਾਰ ਹੈ ਤੇ ਆਪਣਾ ਜਿਹੜਾ ਹੈਗਾ ਦਾਮਨ ਸਾਫ਼ ਲੈ ਕੇ ਸਿਆਸਤ ਦੇ ਵਿੱਚੋਂ ਉਹ ਆਪਣੇ ਘਰੇ ਬੈਠਾ ਹੈ। ਹਾਂਜੀ, ਉਹ ਹੈ ਡਾਕਟਰ ਮਨਮੋਹਨ ਸਿੰਘ ਜੀ। ਬਿਲਕੁਲ। ਡਾਕਟਰ ਮਨਮੋਹਨ ਸਿੰਘ ਦੇ ਉੱਤੇ ਕੋਈ ਉਂਗਲ ਨਹੀਂ ਉਠਾ ਸਕਦਾ ਕਿ ਉਸ ਬੰਦੇ ਨੇ ਕੋਈ 2 ਰੁਪਏ ਬਣਾਏ ਜੀ, ਜਾਂ ਉਹਨੇ ਕਿਸੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਹੈ। ਕਹਿੰਦੇ ਇੱਕ ਵਾਰੀ ਡਾਕਟਰ ਮਨਮੋਹਨ ਸਿੰਘ ਦੇ ਘਰ ਕੋਈ ਫੰਕਸ਼ਨ ਸੀ ਜੀ, ਔਰ ਅੰਮ੍ਰਿਤਸਰ ਤੋਂ ਉਹਨਾਂ ਦੇ ਰਿਸ਼ਤੇਦਾਰ ਗਏ ਹੋਏ ਸੀ। ਅੰਮ੍ਰਿਤਸਰ ਤੋਂ ਜਦੋਂ ਰਿਸ਼ਤੇਦਾਰ ਗਏ ਹੋਏ ਤੇ ਉਹਨਾਂ ਦੀ ਕਿਤੇ ਗੱਡੀ ਖਰਾਬ ਹੋ ਗਈ ਜੀ। ਉਹਨਾਂ ਨੇ ਕਿਹਾ ਜੀ ਗੱਡੀ ਖਰਾਬ ਹੋ ਗਈ,
ਹੁਣ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਗੱਡੀਆਂ ਦੀ ਤਾਂ ਕੋਈ ਕਮੀ ਕਮੀ ਨਹੀਂ ਨਹੀਂ ਹੁੰਦੀ, ਭਾਵੇਂ ਰਾਹ 'ਚ ਵੀ ਚੱਕ ਲੈਣ। ਹਾਂ, ਜਦੋਂ ਮਰਜ਼ੀ ਚੱਕ ਕੇ ਤੇ ਉਹਨਾਂ ਨੂੰ ਛੱਡ ਆਉਣ। ਕਹਿੰਦੇ ਵੀ ਉਸੇ ਵੇਲੇ ਸਰਦਾਰ ਮਨਮੋਹਨ ਸਿੰਘ ਨੇ, ਡਾਕਟਰ ਮਨਮੋਹਨ ਸਿੰਘ ਨੇ ਆਪਦੀ ਵਾਈਫ ਨੂੰ, ਗੁਰਸ਼ਰਨ ਕੌਰ ਨੂੰ ਕਿਹਾ ਜੀ ਕਿ ਨੇੜੇ ਦੇ ਟੈਕਸੀ ਸਟੈਂਡ ਦੇ ਉੱਤੇ ਫੋਨ ਕਰਕੇ ਇਹਨਾਂ ਨੂੰ ਟੈਕਸੀ ਦਵਾ ਦਿਓ। ਅੱਛਾ ਜੀ। ਪ੍ਰਧਾਨ ਮੰਤਰੀ ਦੇ ਪਰਿਵਾਰ ਨੇ ਅੰਮ੍ਰਿਤਸਰ ਜਾਣਾ, ਹਾਂ ਉਹ ਬੰਦੇ ਨੇ ਟੈਕਸੀ ਦਵਾਈ ਸੀ। ਟੈਕਸੀ ਦਵਾਈ ਸੀ। ਇਸੇ ਤਰ੍ਹਾਂ ਉਹਨਾਂ ਦੀ ਜਿਹੜਾ ਸਨ ਇਨ ਲਾ ਹੈ, ਉਹਦੀ ਕਿਤੇ ਟਰਾਂਸਫਰ ਹੋ ਗਈ ਕੇਰਲਾ 'ਚ। ਜੀ। ਬੇਟੀ ਮਿਲਣ ਵਾਸਤੇ ਆਈ, ਚਾਹ ਪਾਣੀ ਪੀਣ ਲੱਗੇ ਵੀ ਘਰੇ ਕੀ ਹਾਲ ਚਾਲ ਹੈ, ਠੀਕ ਠਾਕ ਹੈ। ਸ਼ਾਇਦ ਬੇਟੀ ਦੇ ਦਿਮਾਗ ਦੇ ਵਿੱਚ ਇਹ ਹੋਵੇ ਵੀ ਪਾਪਾ ਨਾਲ ਗੱਲ ਕਰਦੇ ਆ ਤੇ ਬਦਲੀ ਹੀ ਰੁਕ ਜਾਣੀ ਹੈ। ਕਹਿੰਦੀ ਪਾਪਾ ਜੀ ਸਾਡੀ ਬਦਲੀ ਹੋ ਗਈ। ਕਹਿੰਦਾ ਕਿੱਥੇ ਦੀ? ਕਹਿੰਦੇ ਜੀ ਕੇਰਲਾ ਦੇ ਬਹੁਤ ਸੁੰਦਰ ਸਟੇਟ ਹੈ, ਗੋ ਐਂਡ ਇੰਜੋਏ। ਗੋ ਐਂਡ ਇੰਜੋਏ ਮਤਲਬ ਉਹ ਇਸ ਕਿਸਮ ਦੇ ਬੰਦੇ ਬਾਰੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹਨੇ ਕੋਈ ਦੋ ਪੈ। ਬਾਕੀ ਭਾਰਤ ਦੇ ਕਿਸੇ ਵੀ ਰਾਜਨੀਤਿਕ ਬੰਦੇ ਦੇ ਉੱਤੇ ਆਪਾਂ ਮਤਲਬ ਜਿਹੜਾ ਇਤਬਾਰ ਨਹੀਂ ਕਰ ਸਕਦੇ ਕਿ ਕੋਈ ਉਹਨੇ ਹੇਰਾਫੇਰੀ ਨਹੀਂ ਕੀਤੀ ਹੋਣੀ। ਪਰ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਸਵਾਲ ਹੈ ਜੀ, ਉਹ ਇਹ ਹੈ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਦੇ ਘਰੇ ਕੱਲ ਤੜਕੇ ਆਏ ਹੈ ਈਡੀ ਵਾਲੇ, ਇੱਕ ਥਾਂ ਤੇ ਨਹੀਂ ਆਏ, ਦੋ ਰਿਹਾਇਸ਼ਾਂ ਉਹਦੀਆਂ ਜੀ। ਇੱਕ ਰਿਹਾਇਸ਼ ਤਾਂ ਚੰਡੀਗੜ੍ਹ ਹੋ ਗਈ, ਚੰਡੀਗੜ੍ਹ ਇੱਕ ਉਹਦੀ ਪਿੰਡ ਹੈ ਰਾਮਗੜ੍ਹ, ਰਾਮਗੜ੍ਹ ਕਪੂਰਥਲੇ ਦੇ ਵਿੱਚ ਜਿਹੜਾ ਉਹ ਭੁਲੱਥ ਇਲਾਕੇ 'ਚ ਪੈਂਦੀ ਹੈ। ਦੋਨਾਂ ਥਾਵਾਂ ਤੇ ਗਏ ਤੇ ਤੜਕੇ ਅਰਲੀ ਇਨ ਦੀ ਮਾਰਨਿੰਗ ਆ ਕੇ ਉਹਨਾਂ ਨੇ ਦਰਵਾਜ਼ੇ ਲਾਏ ਬੰਦ ਕਰ। ਕਹਿੰਦੇ ਜੀ ਕਿਸੇ ਨੇ ਬਾਹਰ ਨਹੀਂ ਜਾਣਾ, ਸਾਰਾ ਜੋ ਕੁਛ ਹੈਗਾ ਤੁਹਾਡੇ ਆਪ ਦੇ ਬੰਦੇ ਬੁੰਦੇ ਸਦਰੋ ਜਿਹੜੇ ਹੈਗੇ, ਤੁਸੀਂ ਗਵਾਹ ਵਗੈਰਾ ਤੇ ਅਸੀਂ ਤਾਂ ਤਲਾਸ਼ੀ ਕਰਨੀ ਹੈ। ਖੈਰ ਆਪਣੇ ਵਰਗਾ ਬੰਦਾ ਤਾਂ ਪੋਲਾ ਜਿਹਾ ਹੋ ਜਾਂਦਾ ਹੈ। ਮੀਡੀਆ ਵਾਲੇ ਵੀ ਆ ਗਏ ਤੇ ਮੀਡੀਆ ਨੂੰ ਇਨਫੋਰਮ ਵੀ ਉਹਨੇ ਆਪ ਹੀ ਕੀਤਾ ਹੁਣੇ। ਮੋਬਾਈਲ ਵਗੈਰਾ ਵੈਸੇ ਉਹਨਾਂ ਦੇ ਫੜ ਲਏ ਸੀ, ਵਕੀਲ ਵੀ ਉਹਨਾਂ ਦੇ ਆ ਗਿਆ ਰਿਸਪੈਂਸ ਸਾਹਿਬ, ਦੀਂਦੇ ਸੀ ਉਹਦੇ ਵਿੱਚ। ਹਾਂ ਵੀਡੀਓ ਦੇ ਵਿੱਚ ਭੇਜਦੇ ਸੀ। ਜਦੋਂ ਆ ਗਏ ਤੇ ਉਹਨਾਂ ਨੇ ਕਹਿੰਦੇ ਵੀ ਮੈਂ ਤਾਂ ਮੀਡੀਆ ਨਾਲ ਵੀ ਗੱਲ ਕਰਨੀ ਹੈ, ਤਾਂ ਜਾ ਕੇ ਮੀਡੀਆ ਕੋਲੇ ਵੀ ਆਪਣੀ ਗੱਲ ਕਰਦੇ ਸੀ। ਕੱਲ ਮੈਂ ਇੱਕ ਗੱਲ ਦੇਖੀ ਕਿ ਜਿਹੜਾ ਸੁਖਪਾਲ ਸਿੰਘ ਖਹਿਰਾ ਹੈ ਜੀ, ਉਹਦਾ ਆਪਣੇ ਆਪ ਦੇ ਉੱਤੇ ਕਾਬੂ ਬੜਾ ਸੀ। ਅੱਛਾ ਜੀ। ਉਹਨੇ ਕੱਲ ਕਹੀ ਕਿ ਮੇਰੇ ਤੇ ਜਿਹੜਾ ਇਹ ਅਫਵਾਹਾਂ ਉਡਾਈਆਂ ਜਾ ਰਹੀਆਂ ਕਿ ਕੋਈ ਜਾਲੀ ਪਾਸਪੋਰਟ ਹੈ, ਕੋਈ ਜਾਲੀ ਪਾਸਪੋਰਟ ਨਹੀਂ। ਉਹ ਕਿੰਗ ਪਿੰਨ ਦੱਸ ਰਹੇ ਸੀ ਨਾ ਜਾਲੀ ਪਾਸਪੋਰਟ ਦਾ। ਹਾਂ, ਫਿਰ ਉਹ ਕਹਿੰਦੇ ਵੀ ਇਹ ਅਸਲ ਦੇ ਵਿੱਚ ਮਨੀ ਲਾਂਡਰਿੰਗ ਦਾ ਮੇਰੇ ਤੇ ਲਾਇਆ ਦੋਸ਼। ਤੇ ਮੇਰੀ ਹਾਲਤ ਹੈ, ਕਹਿੰਦੇ ਮੈਂ ਪਹਿਲੀ ਵਾਰੀ ਆਪਦਾ ਇਕਵਾਲ ਕਰਦਾ ਜੀ ਕਿ ਮੈਂ ਤਾਂ ਭਾਈ 2 ਕਰੋੜ ਰੁਪਏ ਦਾ ਕਰਜ਼ਦਾਰ ਹਾਂ। ਮੈਂ ਲਿਮਿਟ ਬਣਾਈ ਹੋਈ ਹੈ 2 ਕਰੋੜ ਰੁਪਏ ਦੀ, ਤੇ ਮੈਥੋਂ ਪੈਸਾ ਨਹੀਂ ਭਰਿਆ ਜਾਂਦਾ। ਰਿਸ਼ਤੇਦਾਰਾਂ ਤੋਂ ਫੜ ਫੜਾ ਕੇ, ਮਿੱਤਰਾਂ ਦੋਸਤਾਂ ਤੋਂ ਉਹ ਵਿਆਜ ਬੂਜ ਦਾ ਦੇ ਕੇ ਆਪਦਾ ਆਈ ਚਲਾਈ ਕਰ ਰਹੇ। ਦੂਜਾ ਉਹਨੇ ਸਟਾਫ ਬਾਰੇ ਬਹੁਤ ਵਧੀਆ ਕਿਹਾ। ਕਹਿੰਦਾ ਵੀ ਨੇਹਾ ਯਾਦਵ ਹੈ ਕੋਈ ਜਿਹੜੀ ਜੁਆਇੰਟ ਡਾਇਰੈਕਟਰ ਇਹਨਾਂ ਨੂੰ ਲੀਡ ਕਰ ਰਹੀ ਹੈ ਈਡੀ ਵਾਲਿਆਂ ਨੂੰ, ਉਹ ਆਪਣੀ ਡਿਊਟੀ ਨਿਭਾ ਰਹੀ ਹੈ। ਜੋ ਕੰਮ ਉਹਨਾਂ ਨੂੰ ਸਰਕਾਰ ਨੇ ਦਿੱਤਾ ਉਹ ਕਰ ਰਿਹਾ, ਮੈਨੂੰ ਉਹਨਾਂ 'ਤੇ ਕੋਈ ਇਤਰਾਜ਼ ਨਹੀਂ। ਇਹ ਗੱਲ ਬਹੁਤ ਵਧੀਆ ਕਿ ਉਹਨੇ ਠੀਕ ਤਰੀਕੇ ਨਾਲ ਗੱਲ ਕੀਤੀ। ਚਲੋ ਇਹ ਹੁਣ ਦੂਜੀ ਗੱਲ, ਇੱਦਾਂ ਹੀ ਪਿੰਡੋਂ ਦੇ ਜਦੋਂ ਗਏ ਜੀ, ਉਹਦੇ ਕਜ਼ਨਸ ਨੇ ਪੁੱਛਿਆ ਵੀ ਤੁਸੀਂ ਦੱਸੋ ਕਿਵੇਂ? ਕਹਿੰਦੇ ਜੀ ਸਾਡੇ ਕੋਲੇ, ਉਹ ਕਹਿੰਦੇ ਵਾਰੰਟ ਦਿਖਾਓ, ਵਾਰੰਟ ਵੀ ਦਿਖਾਤੇ। ਪਰ ਉਹਦਾ ਕਜ਼ਨ ਇੱਕ ਵਕੀਲ ਹੈ ਜੀ, ਉਹਨੇ ਕਿਹਾ ਕਿ ਜਦੋਂ ਈਡੀ ਵਾਲੇ ਆਏ ਹੈ ਤੇ ਉਹਨਾਂ ਦੇ ਹੱਥਾਂ ਦੇ ਵਿੱਚ 8 ਲਿਫਾਫੇ ਸੀ ਜੀ, ਸ਼ਾਇਦ ਉਹ ਕੋਈ ਚੀਜ਼ ਅੰਦਰ ਰੱਖਦੇ ਹੋਣ। ਚਲੋ ਉਹ ਹੋਈ ਨਿਬੜੀ। ਹੁਣ ਦੂਜੇ ਪਾਸੇ ਤੁਸੀਂ ਦੇਖੋ ਕਿ ਜਿਹੜਾ ਇਤਰਾਜ਼ ਵਾਲੀ ਗੱਲ ਹੈ ਵੀ ਟਾਈਮਿੰਗ ਕੀ ਹੈ। ਟਾਈਮਿੰਗ ਕੀ ਹੈ? ਪੰਜਾਬ ਵਿਧਾਨ ਸਭਾ ਚੱਲ ਰਿਹਾ ਸੈਸ਼ਨ। ਜੀ ਜੀ, ਸੈਸ਼ਨ ਚੱਲ ਰਿਹਾ, ਉਹਦੀ ਇੱਕ ਕਨਸਟੀਟਿਊਸ਼ਨਲ ਜ਼ਿੰਮੇਵਾਰੀ ਹੈ, ਰਾਈਟ ਨਹੀਂ ਜ਼ਿੰਮੇਵਾਰੀ ਹੈ ਕਿ ਉਹ ਵਿਧਾਨ ਸਭਾ 'ਚ ਜਾਵੇ ਤੇ ਜਾ ਕੇ ਆਪਣੀ ਗੱਲ ਕਰੇ। ਈਡੀ ਵਾਲਿਆਂ ਨੇ ਕੱਲ ਉਹਨੂੰ ਵਿਧਾਨ ਸਭਾ 'ਚ ਜਾਣ ਤੋਂ ਰੋਕਿਆ ਜੀ। ਅੱਛਾ ਜੀ। ਮੇਰੇ ਖਿਆਲ ਮੁਤਾਬਕ ਇਹ ਵਿਧਾਨ ਸਭਾ ਦੀ ਤੋਹੀਨ ਹੈ। ਬਿਲਕੁਲ ਇਹ ਜਿਹੜੀ ਹੈਗੀ ਹੈ ਪ੍ਰਿਵਿਲੇਜ ਦੀ ਉਲੰਘਣਾ ਹੈ। ਇਹਦਾ ਮੁੱਦਾ ਚੁੱਕਿਆ ਜਾ ਸਕਦਾ। ਇਹਦਾ ਚੁੱਕਿਆ, ਮੇਰੇ ਖਿਆਲ ਚੁੱਕਿਆ ਵੀ ਗਿਆ ਅੱਜ। ਅੱਛਾ ਜੀ। ਅੱਜ ਸ਼ਾਇਦ ਚੁੱਕਿਆ ਵੀ ਗਿਆ। ਇਹਦੇ ਤੇ ਸ਼ਾਇਦ ਸਪੀਕਰ ਕੀ ਫੈਸਲਾ ਲੈਂਦੇ ਆ ਉਹਦੇ ਤੇ ਨਿਰਭਰ ਹੈ। ਮਤਲਬ ਇਹ ਗੱਲ ਜਿਹੜੀ ਹੈ ਬਹੁਤ ਮਾੜੀ ਹੈ, ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਕਿ ਡੈਮੋਕ੍ਰੇਸੀ ਦੀ ਹੱਦ ਤੱਕ ਹੈ। ਬਿਲਕੁਲ 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 ਹੈ। ਤੁਸੀਂ ਜੇ ਰੇਡ ਕਰਨੀ ਹੈ, ਇਹ ਵਿਧਾਨ ਸਭਾ ਦਾ ਸੈਸ਼ਨ ਮੁੱਕ ਜਾਂਦਾ ਉਦੋਂ ਕਰ ਸਕਦੇ ਸੀ। ਕੀ ਉਹਨੇ 'ਚ ਕੁਛ ਲੈ ਜਾਂਦਾ ਘਰੋਂ ਚੱਕ ਕੇ? ਸਮਾਨ ਤਾਂ ਉਹਦਾ ਸਾਰਾ ਘਰੇ ਹੀ ਪਿਆ ਜਿਹੜਾ ਤੁਸੀਂ ਲੈਣਾ। ਨਾਲੇ ਜੇ ਤੁਹਾਡੇ ਕੋਲ ਕੋਈ ਸਪੈਸੀਫਿਕ ਇਨਫੋਰਮੇਸ਼ਨ ਹੈ, ਉਸ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਡਾਕੂਮੈਂਟਸ ਵੀ ਤੁਹਾਡੇ ਕੋਲ ਹੋਣਗੇ। ਬਿਲਕੁਲ ਬਿਲਕੁਲ। ਤੇ ਘਰੋਂ ਉਹਦੇ ਬਰਾਮਦ ਕੀ ਹੋਇਆ ਅਜੇ ਤੱਕ ਈਡੀ ਵਾਲਿਆਂ ਨੇ ਦੱਸਿਆ ਨਹੀਂ। ਪਰ ਮੈਨੂੰ ਜਿਹੜਾ ਪਤਾ ਲੱਗਿਆ, ਕਹਿੰਦੇ ਜੀ ਸਮਾਨ ਜਿਵੇਂ ਟੈਲੀਫੋਨ ਚੁੱਕ ਕੇ ਲੈ ਗਏ ਜੀ। ਟੈਲੀਫੋਨ 4 ਹੈ ਉਹਨਾਂ ਦੇ ਘਰ। ਅੱਛਾ ਜੀ। ਖਹਿਰਾ ਜੋੜੀ, ਖਹਿਰਾ ਔਰ ਮਿਸਿਸ ਖਹਿਰਾ ਦਾ, ਉਹਨਾਂ ਦੇ ਬੇਟੇ ਤੇ ਨੂੰਹ ਦਾ, ਚਾਰੇ ਉਹ ਚੱਕ ਕੇ ਲੈ ਗਏ। ਮੈਂ ਬੇਟੇ ਦੀ ਗੱਲ ਸੁਣ ਰਿਹਾ ਸੀ, ਉਹ ਕਹਿੰਦਾ ਇੱਕ ਬੀਬੀ ਜਗੀਰ ਕੌਰ ਦੇ ਖਿਲਾਫ ਉਹ ਜਿਹੜੀ ਉਹਦੀ ਕੁਇਟਲ ਹੋਈ ਹੈ, ਉਸ ਕੇਸ ਦੇ ਵਿੱਚ ਅਪੀਲ ਪਈ ਹੋਈ ਹੈ ਜੀ। ਉਸ ਅਪੀਲ ਦਾ ਨਾਲ ਮਤਲਬ ਵਕੀਲ ਇਹ ਵਕਾਲਤਨਾਮਾ ਉਹਦਾ ਲੱਗਿਆ ਖਹਿਰੇ ਦੇ ਬੇਟੇ ਦਾ। ਉਹ ਕਹਿੰਦਾ ਵੀ ਉਹਦੇ 'ਚ ਕੁਛ ਪੰਜਾਬੀ 'ਚ ਜਿਹੜੇ ਸੀ ਪੇਜ ਸੀਗੇ ਲੱਗੇ ਹੋਏ ਜੀ, ਉਹ ਮੇਰੇ ਵਿੱਚ ਪਏ ਸੀ। ਕਹਿੰਦੇ ਉਹ ਵੀ ਚੱਕ ਕੇ ਲੈ ਗਏ ਕਿਉਂਕਿ ਈਡੀ ਵਾਲਿਆਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਜਿਹੜੇ ਦਿੱਲੀੋਂ ਆਏ, ਉਹ ਜਿਹੜਾ ਉਹਨਾਂ ਦੇ ਹੱਥ ਹੈ ਉਹਨਾਂ ਨੇ ਸਾਰੀਆਂ ਗੱਠੜੀਆਂ ਬੰਨ ਲਈਆਂ ਵੀ ਲਿਆਓ ਤੁਸੀਂ ਤਾਂ ਕਹਿੰਦੇ ਗੱਠੜੀਆਂ ਖੋਲ ਲਈਆਂ। ਮੇਰੇ ਕੋਲ ਗੱਠੜੀਆਂ ਬੰਨ ਕੇ ਲੈ ਗਏ। ਉੱਥੇ ਜਾ ਕੇ ਦੇਖਾਂਗੇ ਕੀ ਕੁਛ ਹੁੰਦਾ। ਜੋ ਹੋਇਆ ਬਹੁਤ ਮਾੜਾ ਹੋਇਆ ਜੀ। ਇਹ ਮਤਲਬ ਖਾਸ ਕਰਕੇ ਉਸ ਵੇਲੇ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੋਵੇ, ਇੱਕ ਵਿਧਾਇਕ ਨੂੰ ਅਸੈਂਬਲੀ ਦੇ ਵਿੱਚ ਜਿਹੜਾ ਹੈਗਾ ਜਾਣ ਤੋਂ ਰੋਕਣਾ, ਇਹ ਪ੍ਰਿਵਿਲੇਜ ਦੀ ਉਲੰਘਣਾ ਹੈ।
ਪ੍ਰਿਵਿਲੇਜ ਮੋਸ਼ਨ ਬਣਦਾ ਹੈ। ਮੇਰਾ ਖਿਆਲ ਅੱਜ ਕੰਵਰ ਸੰਧੂ ਹੋਰਾਂ ਨੇ ਸ਼ਾਇਦ ਦੇਤਾ ਹੋਵੇ। ਜੀ ਜੀ ਜੀ। ਤੇ ਢਿੱਲੋਂ ਸਾਹਿਬ, ਜਿਵੇਂ ਆਪਾਂ ਆਖੀਏ ਕਿ ਜਿਵੇਂ ਤੁਸੀਂ ਕਿਹਾ ਕਿ ਬਜਟ ਇਜਲਾਸ 'ਚ ਜਿਹੜਾ ਹੈ EVM ਦਾ ਮੁੱਦਾ ਵੀ ਬੜੇ ਵੱਡੇ ਪੱਧਰ ਤੇ ਉੱਠਿਆ। ਬਿਲਕੁਲ ਜੀ, EVM ਦਾ ਮੁੱਦਾ ਕੱਲ ਸਿਮਰਜੀਤ ਸਿੰਘ ਬੈਂਸ ਨੇ ਉਠਾਇਆ। ਜੀ। ਲੋਕ ਇਨਸਾਫ ਪਾਰਟੀ ਦੇ ਲੀਡਰ ਹੈ। ਉਹਨਾਂ ਨੇ ਕਿਹਾ ਸੀ ਜੀ ਇਹਦੇ ਤੇ ਵਿਚਾਰ ਹੋਣੀ ਚਾਹੀਦੀ ਹੈ। ਜੀ। ਇਹ ਮਾਮਲਾ ਉਹਨਾਂ ਨੇ ਉਠਾਇਆ 0 ਆਵਰ 'ਚ। ਅੱਛਾ ਜੀ। 0 ਆਵਰ 'ਚ ਉਠਾਉਣ ਦੀ ਲੋੜ ਕਿਉਂ ਪਈ? ਉਹ ਤੋਂ ਪਹਿਲਾਂ ਉਹਨੇ ਇੱਕ ਲਿਖਤੀ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਧਿਆਨ ਦਵਾਊ ਮਤਾ ਭੇਜਿਆ ਸੀ ਜੀ, ਜਾਂ ਕੋਈ ਹੋਰ ਮਤਾ ਭੇਜਿਆ, ਲਿਖਤੀ ਤੌਰ ਤੇ ਭੇਜਿਆ ਸੀ ਕਿ ਜੀ ਇਸ ਮਾਮਲੇ ਤੇ ਵਿਚਾਰ ਵਟਾਂਦਰਾ ਕੀਤਾ ਜਾਵੇ। ਜੀ। ਲੇਕਿਨ ਸਪੀਕਰ ਸਾਹਿਬ ਨੇ ਉਹ ਕਰਤਾ ਸੀ ਰੱਦ। ਕਾਲ ਅਟੈਂਸ਼ਨ ਮੋਸ਼ਨ ਦੇ ਉੱਤੇ ਬੋਲਦਿਆਂ ਜਦੋਂ ਉਹਨੇ ਗੱਲ ਕਹੀ ਹੈ, ਉਹਨੇ ਕਿਹਾ ਜੀ ਵੀ ਮੈਨੂੰ ਇਹ ਗੱਲ ਤਾਂ ਕਹਿਣੀ ਪੈ ਰਹੀ ਹੈ ਕਿਉਂਕਿ ਸਪੀਕਰ ਸਾਹਿਬ ਨੇ ਮੇਰਾ ਜਿਹੜਾ ਨੋਟ ਸੀ ਉਹਨੂੰ ਰੱਦ ਕਰ ਦਿੱਤਾ ਜੀ, ਔਰ ਇਹਦੇ ਤੇ ਬਹਿਸ ਹੋਣੀ ਚਾਹੀਦੀ ਹੈ, ਵਿਧਾਨ ਸਭਾ ਨੂੰ ਇਹਦੇ ਤੇ ਕੁਝ ਕਰਨਾ ਚਾਹੀਦਾ ਹੈ। ਸਪੀਕਰ ਸਾਹਿਬ ਨੇ ਕਹਿਤਾ ਜੀ ਇਹ ਮਾਮਲਾ ਜਿਹੜਾ ਨਾ ਕੇਂਦਰ ਨਾਲ ਰਿਲੇਟਡ ਹੈ ਜੀ, ਇਹ ਸਟੇਟ ਦਾ ਸਬਜੈਕਟ ਨਹੀਂ, ਇਸ ਕਰਕੇ ਇਹ ਹੈ। ਉਹਨੇ ਕਿਹਾ ਨਹੀਂ ਜੀ ਇਹ ਸਟੇਟ ਦਾ ਸਬਜੈਕਟ ਹੈ, ਵੋਟਾਂ ਤਾਂ ਸਟੇਟ 'ਚ ਪੈਣਗੇ, ਹੁਣ ਹੀ ਸਟੇਟ ਦੀ ਦਾ ਫੈਸਲਾ ਹੁੰਦਾ ਹੈ ਜੀ। ਜੇ ਲੋਕ ਸਭਾ ਦੇ ਵਿੱਚ ਕਿਹੜੇ ਬੰਦੇ ਨੇ ਕਿੱਥੋਂ ਨੁਮਾਇੰਦਗੀ ਕਿਹੜੇ ਹਲਕੇ ਤੋਂ ਕਿਹਨੇ ਨੁਮਾਇੰਦਗੀ ਕਰਨੀ ਹੈ। ਲੋਕਾਂ ਦੇ ਸਾਹਮਣੇ 4 ਬਦਲ ਹੈ, 4 ਬੰਦੇ, ਉਹਨਾਂ 4ਾਂ ਦੇ ਵਿੱਚ ਉਹਨਾਂ ਨੇ ਇੱਕ ਚੁਣਨਾ ਹੈ। ਤੇ ਜੇ EVM ਉਹਨਾਂ ਦੇ ਇਸ ਹੱਕ ਨੂੰ ਖੋਹਦੀ ਹੈ ਜੀ ਤਾਂ ਫਿਰ ਇਹ ਲੋਕਾਂ ਦਾ ਮਾਮਲਾ ਹੈ, ਇਹ ਤਾਂ ਸਟੇਟ ਦਾ ਮਾਮਲਾ ਹੈ। ਜੇ ਸਟੇਟ ਦੀ ਇਲੈਕਸ਼ਨ ਹੁੰਦੀ ਹੈ, ਵਿਧਾਨ ਸਭਾ ਸਟੇਟ ਦੀ ਹੈ ਜੀ, ਇਹ ਇਸ ਕਰਕੇ ਇਹ ਗੱਲ ਨਹੀਂ ਹੋਣੀ ਚਾਹੀਦੀ। ਔਰ ਮੈਂ ਇੱਥੇ ਵੀ ਜ਼ਿਕਰ ਕਰ ਦੇਵਾਂ ਕਿ ਇਹ ਮਾਮਲਾ ਇਹ ਤੋਂ ਪਹਿਲਾਂ ਵੀ ਮਹਾਰਾਸ਼ਟਰ ਦੀ ਵਿਧਾਨ ਸਭਾ 'ਚ ਆ ਚੁੱਕੇ ਜੀ। ਮਹਾਰਾਸ਼ਟਰ ਦੇ ਵਿੱਚ ਕਿਸੇ ਬੰਦੇ ਨੇ ਮਾਮਲਾ ਉਠਾਇਆ ਸੀ। ਉਹ ਤੋਂ ਬਾਅਦ ਕੀ ਹੋਇਆ ਕਿ ਮਹਾਰਾਸ਼ਟਰ ਦੇ ਸਪੀਕਰ ਨੇ ਇਹਦੇ ਨਾਲ ਸਹਿਮਤੀ ਪ੍ਰਗਟ ਕੀਤੀ ਔਰ ਸਹਿਮਤੀ ਪ੍ਰਗਟ ਕਰਕੇ ਉਹਨਾਂ ਨੇ ਇੱਕ ਜਿਹੜਾ ਹੈਗਾ ਆਪਣਾ ਜਿਹੜਾ ਖਾਕਾ ਤਿਆਰ ਕਰ ਲਿਆ ਕਿ ਅਗਲਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਣਾ ਉਹਦੇ ਵਿੱਚ ਉਹ ਰੈਜੂਲੇਸ਼ਨ ਪਾਸ ਕਰਨਗੇ। ਅੱਛਾ ਜੀ। ਰੈਜੂਲੇਸ਼ਨ ਪਾਸ ਨਹੀਂ ਕਰਨਗੇ ਇਕੱਲਾ, ਉਹ ਐਕਟ ਬਣਾਉਣਗੇ ਕਿ ਇਸ ਸੂਬੇ ਦੇ ਵਿੱਚ ਜਿਹੜੀ ਹੈਗੀ ਹੈ EVM ਦੀ ਵਰਤੋਂ ਨਹੀਂ ਹੋਊਗੀ ਕਿਉਂਕਿ ਸਟੇਟ ਦੀ ਮਾਮਲਾ ਆ ਗਿਆ। ਭਾਵੇਂ ਸੈਂਟਰ ਤੇ ਜੇ ਕਿਸਾਨੀ ਕਾਨੂੰਨਾਂ ਨੂੰ ਆਪਾਂ ਦੇਖੀਏ, ਟ੍ਰੇਡ ਐਂਡ ਕਮਰਸ ਦੇ ਵਿੱਚ ਤਾਂ ਖੇਤੀ ਆਉਂਦੀ ਨਹੀਂ ਜੀ, ਲੇਕਿਨ ਟ੍ਰੇਡ ਐਂਡ ਕਮਰਸ ਦੇ ਰਾਹੀਂ ਜਿਹੜੀ ਹੈਗੀ ਹੈ ਜ਼ਿਮੀਂਦਾਰਾਂ ਦੇ ਗਲ 'ਚ ਗੂਠਾ ਦੇਣਾ ਸੀ, ਇਹਨਾਂ ਨੇ ਉਹ ਤਰੀਕਾ ਅਡੋਪਟ ਕਰ ਲਿਆ ਜੀ। ਤੇ ਇਹ ਦਲੀਲ ਮੇਰੇ ਖਿਆਲ ਮੁਤਾਬਕ ਜਿਹੜੀ ਕੱਲ ਬੈਂਸ ਨੇ ਦਿੱਤੀ ਹੈ ਉਹ ਠੀਕ ਦਿੱਤੀ ਹੈ ਕਿ ਮਾਮਲਾ ਸਟੇਟ ਦਾ ਤੇ ਸਟੇਟ ਵਿੱਚ ਹੋਣਾ ਚਾਹੀਦਾ ਹੈ। ਵੈਸੇ ਵੀ ਜੇ ਆਪਾਂ ਦੇਖੀਏ ਪਿਛਲੇ ਸਮੇਂ 'ਚ EVM ਨੂੰ ਲੈ ਕੇ ਬੜਾ ਰੌਲਾ ਪੈਂਦਾ ਰਿਹਾ ਜੀ। ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਤਾਂ ਇੱਕ ਸ਼ਖਸ ਨੇ ਮਤਲਬ ਜਿਹੜਾ ਹੈਗਾ ਪ੍ਰਦਰਸ਼ਨ ਹੀ ਕਰਤਾ ਸੀ ਕਿ EVM ਦੀ ਕਿਵੇਂ ਦੁਰਵਰਤੋਂ ਕੀਤੀ ਜਾ ਸਕਦੀ। ਪਾਰਲੀਮੈਂਟ 'ਚ ਵੀ ਕਰਤਾ ਸੀ। ਇੱਕ ਵਾਰੀ ਹੈਦਰਾਬਾਦ ਤਾਂ ਫੜ ਕੇ ਹੀ ਅੰਦਰ ਦੇਤਾ ਸੀ। ਰਵਿੰਦਰ ਸਿੰਘ ਹੋਰਾਂ ਨੇ ਵੀ ਕੀਤਾ ਸੀ, ਚੰਡੀਗੜ੍ਹ ਇਹਨਾਂ ਨੇ ਵੀ ਕੀਤਾ ਸੀ। ਰਵਿੰਦਰ ਸਿੰਘ ਜਿਹੜੇ ਸਾਬਕਾ ਸਪੀਕਰ ਆ ਸਾਡੀ ਪੰਜਾਬ ਵਿਧਾਨ ਸਭਾ ਦੇ 1920 ਵਾਲੇ ਅਕਾਲੀ ਦਲ ਦੇ, ਤੇ ਰਵਿੰਦਰ ਸਿੰਘ ਮਤਲਬ ਪੇਸ਼ੇ ਤੋਂ ਜੇ ਆਪਾਂ ਦੇਖੀਏ ਤਾਂ ਉਹ ਵੀ ਇੰਜੀਨੀਅਰ ਹੈ। ਉਹਨਾਂ ਨੇ ਕਿਤੇ ਬਾਹਰਲੇ ਦੇਸ਼ ਦੇ ਵਿੱਚੋਂ ਇੰਜੀਨੀਅਰਿੰਗ ਕੀਤੀ, ਉਹਨਾਂ ਨੇ ਵੀ ਕਰਕੇ ਦਿਖਾਤਾ ਸੀ ਕਿ ਇਹਨੂੰ ਇਸਤੇਮਾਲ ਕੀਤਾ ਜਾ ਸਕਦਾ। ਇਹਦੇ ਨਾਲ ਦਾਨੇਵਾਲੀਆ ਸਾਹਿਬ ਮੇਰਾ ਇਹ ਮੰਨਣਾ ਹੈ, ਬਾਕੀ ਸਾਰੀਆਂ ਗੱਲਾਂ ਛੱਡ ਦਿਓ, ਬਈ ਜੇ ਹੈਕਰ ਤੁਹਾਡੇ ਅਕਾਊਂਟ ਹੈਕ ਕਰ ਲੈਂਦੇ, ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸੇ ਕੱਢ ਲੈਂਦੇ, ਤੇ ਫਿਰ ਵੋਟਾਂ ਤੁਹਾਡੀਆਂ ਕਿਉਂ ਨਹੀਂ ਕੱਢੀਆਂ ਜਾ ਸਕਦੀਆਂ? ਜੀ। ਵੋਟਾਂ ਕੱਢ ਕੇ ਕਿਸੇ ਨੂੰ ਹੋਰ ਦੇਣੀਆਂ ਹੋਣ, ਇਹ ਕਹਿਣਾ ਉਹਦੇ ਵਿੱਚ ਹੇਰਾ ਫੇਰੀ ਕਰਨੀ ਹੋਵੇ ਤਾਂ ਹੋ ਜਾਂਦੀ ਹੈ ਜੀ। ਮਿਸਾਲ ਦੇ ਤੌਰ ਤੇ ਆਪਾਂ ਦੇਖੀਏ, ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਆਈ ਸੀ, ਕੈਪਟਨ ਅਮਰਿੰਦਰ ਸਿੰਘ ਦੀ ਮਿਸਿਜ ਹੈ ਮਹਾਰਾਣੀ ਪ੍ਰਨੀਤ ਕੌਰ ਜੀ। ਪ੍ਰਨੀਤ ਕੌਰ ਦੇ ਅਕਾਊਂਟ ਦੇ ਵਿੱਚੋਂ ਪੈਸੇ ਵਿਡਰਾ ਕਰ ਲਏ ਸੀ, ਪੈਸੇ ਕਢਾ ਲਏ ਸੀ। ਚਲੋ ਉਹ ਤਾਂ ਮੁੱਖ ਮੰਤਰੀ ਦੇ ਪਰਿਵਾਰ ਦਾ ਮਾਮਲਾ ਸੀ, ਪੁਲਿਸ ਨੇ ਦਵਾ ਕੇਸ ਰਜਿਸਟਰ ਕਰਕੇ ਤੁਹਾਡੇ ਮੇਰੇ ਵਰਗੇ ਦੇ ਕੌਣ ਲੱਭ ਕੀ ਹੈ। ਤੇ ਜਿਨ੍ਹਾਂ ਦੀਆਂ ਵੋਟਾਂ ਚੋਰੀ ਹੁੰਦੀਆਂ ਉਹ ਕੀ ਮਸ਼ੀਨ ਨਹੀਂ ਹੈਕ ਹੋ ਸਕਦੀ? ਉਹਦੇ ਮਸ਼ੀਨ ਹੈਕ ਕਰਕੇ ਵੀ ਵੋਟਾਂ ਚੋਰੀ ਕੀਤੀਆਂ ਜਾ ਸਕਦੀਆਂ। ਵੈਸੇ ਵੀ ਪਿਛਲੇ ਸਮੇਂ ਦੇ ਵਿੱਚ ਇਹ ਰੌਲਾ ਪੈਂਦਾ ਰਿਹਾ ਜੀ ਕਿ ਜਿਹੜੀ ਕੰਪਨੀ ਮਸ਼ੀਨਾਂ ਬਣਾਉਂਦੀ ਹੈ ਉਸ ਕੰਪਨੀ ਤੋਂ ਮਸ਼ੀਨਾਂ ਖਰੀਦਣ ਵਾਸਤੇ ਪੈਸੇ ਤਾਂ ਦਿੱਤੇ ਆ ਘੱਟ ਚੋਣ ਕਮਿਸ਼ਨ ਨੇ, ਲੇਕਿਨ ਉਸ ਕੰਪਨੀ ਵੱਲੋਂ ਮਸ਼ੀਨਾਂ ਜਿਹੜੀਆਂ ਹੈਗੀਆਂ ਵੱਧ ਤਿਆਰ ਕੀਤੀਆਂ ਗਈਆਂ ਜੀ, ਔਰ ਉਹ ਤਿਆਰ ਕੀਤੀਆਂ ਹੋਈਆਂ ਮਸ਼ੀਨਾਂ ਖਰੀਦੀਆਂ ਵੀ ਗਈਆਂ ਤੇ ਉਹ ਮਸ਼ੀਨਾਂ ਜਿਹੜੀਆਂ ਹੈਗੀਆਂ ਆ ਵੀ ਗਈਆਂ ਜੀ। ਉਹ ਮਸ਼ੀਨਾਂ ਹੁਣ ਕਿਹਦੇ ਕਬਜ਼ੇ 'ਚ ਹੈ? ਮਸਲਨ ਜੇ ਆਪਾਂ ਦੇਖੀਏ, ਜੇ ਪੁਰਾਣੀ ਕਾਂਗਰਸ ਸਰਕਾਰ ਵੇਲੇ ਦੀ ਗੱਲ ਕਰੀਏ, ਜੇ ਹੁਣ ਕਾਂਗਰਸ ਦੀ ਸਰਕਾਰ ਹੁੰਦੀ, ਮਸ਼ੀਨਾਂ ਆ ਗਈਆਂ, ਪ੍ਰਸ਼ਾਸਨ ਜਿਹੜਾ ਸਾਰਾ ਉਹ ਤਾਂ ਸਰਕਾਰ ਦੇ ਮੁਤਾਬਕ ਚੱਲਦਾ। DC ਵਗੈਰਾ ਜਿਹੜੇ ਰਿਟਰਨਿੰਗ ਅਫਸਰ ਬਣਨੇ ਹੈ, ਉਹਨਾਂ ਨੂੰ ਤਾਂ ਜਿਵੇਂ ਸਰਕਾਰ ਚਲਾਉਂਦੀ ਉਵੇਂ ਚਲਾਉਣ ਨੇ ਕਿਹਾ ਲਓ ਜੀ ਇਹਨੂੰ ਕਮਾਂਡ ਦੇ ਦਿਓ,
ਉਹਨਾਂ ਨੂੰ ਕਮਾਂਡ ਦੇ ਕੇ ਪਾਸੇ ਰੱਖ ਲਈਆਂ, ਕਿਤੇ ਵੋਟਾਂ ਹੋਰ ਪਈ ਜਾਂਦੀਆਂ ਜੀ ਤੇ ਬਾਅਦ ਦੇ ਵਿੱਚ ਮਸ਼ੀਨਾਂ ਹੀ ਚੇਂਜ ਕਰ ਰਹੀਆਂ, ਜਦੋਂ ਤੁਹਾਡੇ ਕੋਲ EVM ਹੀ ਤੁਸੀਂ ਵੱਧ ਬਣਾ ਲਈਆਂ। ਹੂੰ ਇਹਦਾ ਕੋਈ ਹਿਸਾਬ ਕਿਤਾਬ ਹੀ ਜੀ। ਨਹੀਂ। ਸੋ ਇਸ ਮਾਮਲੇ ਦੇ ਉੱਤੇ ਕੱਲ ਰੌਲਾ ਪਿਆ, ਔਰ ਇਹਨੂੰ ਜਿਹੜੀ ਹੈਗੀ ਹੈ ਮੇਰੇ ਖਿਆਲ ਮੁਤਾਬਕ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਜੀ ਕਿਉਂਕਿ ਇਹ ਮਾਮਲਾ ਸਟੇਟ ਦੀ ਜਿਹੜੀ ਹੈਗੀ ਹੈ ਡੈਮੋਕ੍ਰੇਸੀ ਨਾਲ ਜੁੜਿਆ ਹੋਇਆ ਜੀ ਔਰ ਬੈਂਸ ਭਰਾਵਾਂ ਦੇ ਵਿੱਚ ਚਲੋ ਕਈ ਔਗਣ ਹੋ ਸਕਦੀ ਹੈ, ਲੇਕਿਨ ਇਹੋ ਜਿਹਾ ਮਾਮਲਾ ਉਠਾਉਣ ਦੇ ਵਿੱਚ ਅਸੀਂ ਉਹਨਾਂ ਦੀ ਤਾਰੀਫ ਕੀਤੇ ਬਗੈਰ ਨਹੀਂ ਰਹਿ ਸਕਦੇ। ਵੈਸੇ ਢਿੱਲੋਂ ਸਾਹਿਬ ਇੱਕ ਗੱਲ ਤਾਂ ਹੋਰ ਵੀ ਹੈ, ਜੇਕਰ ਆਪਾਂ ਗੱਲ ਕਰੀਏ, ਹਾਂਜੀ ਦੇਖੋ ਜਿਹੜੇ ਬਟਨ ਅਲਾਟ ਹੁੰਦੇ ਆ ਜੀ, ਉਹ ਬਟਨ ਕਿਉਂ ਨਹੀਂ 3 ਦਿਨ ਪਹਿਲਾਂ ਪਰਚੀਆਂ ਪਾ ਕੇ ਅਲਾਟ ਕਰ ਦਿੱਤੇ ਜਾਣ, ਗੱਲ ਹੀ ਖਤਮ ਹੋ ਜੇ। ਜਦੋਂ ਉੱਥੇ ਆ ਜਾਣ ਮਸ਼ੀਨਾਂ ਆ ਜਾਣ ਉਦੋਂ ਕਹਿਣ ਵੀ ਆ ਪਰਚੀਆਂ ਪਾ ਕੇ ਬਟਨ ਅਲਾਟ ਬਟਨ ਅਲਾਟ ਕਰ ਦੇਣ, ਉਹ ਕਿਉਂ ਸਿੱਧੀ ਗੱਲ ਆ, ਉੱਤੇ ਦੱਸਣਾ ਥੋੜਾ। ਨਹੀਂ ਉਹ ਤਾਂ ਗੱਲ ਇਹ ਹੈ ਨਾ ਵੀ ਜੇ ਤਾਂ ਡੈਮੋਕ੍ਰੇਸੀ ਨੂੰ ਠੀਕ ਤਰੀਕੇ ਨਾਲ ਚਲਾਉਣਾ ਹੋਵੇ ਫਿਰ ਤਾਂ ਹੈ ਤਾਂ ਹਥਿਆਉਣੀ ਹਥਿਆਉਣੀ ਸੱਤਾ ਹਥਿਆਉਣੀ ਹੈ। MLA ਕਿਹਨੂੰ ਬਣਾਉਣਾ ਹੈ? ਹਾਂ ਇਹ ਤਾਂ ਹੁਣ ਤੁਸੀਂ ਪੁਰਾਣੇ ਜ਼ਮਾਨੇ 'ਚ ਦੇਖੋ, ਜਦੋਂ ਪਰਚੀਆਂ ਨਾਲ ਵੋਟਾਂ ਪੈਂਦੀਆਂ ਹੁੰਦੀਆਂ ਸੀ, ਪਰਚੀਆਂ ਨਾਲ ਵੋਟਾਂ ਪੈਂਦੀਆਂ ਹੁੰਦੀਆਂ ਸੀ, ਉਦੋਂ ਕੀ ਹੁੰਦਾ ਸੀਗਾ ਵੀ ਗੱਲ ਕਰ ਲਓ ਜੀ। ਉਦੋਂ ਜਿਹੜੇ ਪੋਲਿੰਗ ਅਧਿਕਾਰੀ ਹੁੰਦੇ ਸੀ ਜੀ ਉਹ ਵੋਟਾਂ ਵੇਚ ਦਿੰਦੇ ਸੀ ਕਿ ਸਾਡੇ ਕੋਲ ਇੰਨੀਆਂ ਵੋਟਾਂ ਹੈ, ਲੈ ਵੀ ਤੈਨੂੰ ਕਿੰਨੀਆਂ ਚਾਹੀਦੀਆਂ। ਉਹ ਕਹਿੰਦਾ ਮੈਨੂੰ 100 ਚਾਹੀਦੀ ਹੈ, 100 ਦੇ ਇੰਨੇ ਪੈਸੇ ਲੱਗਣਗੇ, ਫੜਾਤੀਆਂ। ਬਾਅਦ ਦੇ ਵਿੱਚ ਜਿਹੜੇ ਵੋਟਾਂ ਪਾਉਣ ਜਾਂਦੇ ਸੀ, ਸੰਦੂਕੜੀਆਂ 'ਚ ਵੋਟਾਂ ਪੈਂਦੀਆਂ ਹੁੰਦੀਆਂ ਸੀ, ਉਹ ਹੈ ਵੀ ਪਾਉਣ ਵਾਸਤੇ ਗਿਆ ਬੰਦਾ, ਉਹਨੂੰ ਮਿਲਣੀ ਤਾਂ ਇੱਕੋ ਹੀ ਹੈ, ਉਹਨੇ ਪੰਜ ਨਾ ਉਹਦੇ ਕੋਲ 5 ਪਹਿਲੀਆਂ ਜਿਹੜੀਆਂ ਬਾਹਰੋਂ ਬੁੱਲ ਖਰੀਦੀਆਂ ਹੋਈਆਂ ਉਹੋ ਜਿਹੀਆਂ ਪੈ ਜਾਂਦੀਆਂ ਸੀ, ਪਰ ਉਹਦੇ 'ਤੇ ਨਿਗਰਾਨੀ ਰੱਖੀ ਜਾ ਸਕਦੀ, CCTV ਵਗੈਰਾ ਕੈਮਰਾ ਵਗੈਰਾ ਲੱਗ ਸਕਦਾ ਕਿ ਅਗਲਾ ਹੋਰ ਤਾਂ ਨਹੀਂ ਕੱਢਦਾ। ਇੱਥੇ ਤੁਸੀਂ ਕੀ ਕਰੋਗੇ? ਇੱਥੇ EVM ਦੇ ਵਿੱਚ ਤਾਂ ਤੁਸੀਂ ਜੋ ਮਰਜ਼ੀ ਬਟਨ ਦੱਬੀ ਜਾਓ, ਕਹਿੰਦੇ ਇਹ ਵੀ ਜਿਹੜਾ ਹੈਗਾ ਨੁਕਸ ਹੈਗਾ ਕਿ ਜੇ ਉਹਨਾਂ ਨੇ ਕਮਾਂਡ ਦਿੱਤੀ ਭਾਵੇਂ ਤੁਸੀਂ ਕਿਸੇ ਬਟਨ ਨੂੰ ਦੱਬੀ ਜਾਓ, ਕਹਿੰਦੇ ਵੋਟਾਂ ਵੀ ਇੱਕ ਪਾਰਟੀ ਨੂੰ ਪੈਂਦੀਆਂ। ਹਾਂ ਉਹੀ ਤਾਂ ਦੱਸੀ ਜਾਂਦਾ ਨਾ ਤੁਹਾਨੂੰ। ਹਾਂ ਉਹਦੇ ਨਿਸ਼ਾਨ ਤੇ ਪਹਿਲਾਂ ਹੋਰ ਉਹਦਾ ਕੀ ਹੈ। ਵੈਸੇ ਵੀ ਜੇ ਆਪਾਂ ਦੇਖੀਏ EVM ਦੇ ਮਾਮਲੇ ਤੇ ਤਾਂ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਵਿਕਸਿਤ ਦੇਸ਼ਾਂ ਨੇ ਜੀ EVM ਈਜਾਦ ਕੀਤੀ ਸੀ ਉਹ ਟਲ ਗਏ, ਉਹ ਹੀ ਤੋਂ ਟਲ ਗਏ ਹੈ। ਹੁਣ ਪਿੱਛੇ ਤੁਸੀਂ ਦੇਖੋ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਹੋ ਕੇ ਹਟੇ ਜੀ, ਟਰੰਪ ਸਾਹਿਬ ਨੇ ਕਹਿ ਦਿੱਤਾ ਜੀ ਮੈਂ ਤਾਂ ਸਹਿਮਤ ਨਹੀਂ, ਦੁਬਾਰਾ ਗਿਣਤੀ ਕਰੋ। ਦੁਬਾਰਾ ਗਿਣਤੀ ਹੋਈ ਹੈ ਕਿੰਨੀਆਂ ਸਟੇਟਾਂ ਦੀ। ਜੇ ਉਹਨਾਂ ਦੇ ਕੋਲ ਉੱਥੇ ਮੇਰਾ ਖਿਆਲ ਉੱਥੇ ਵੀ ਪਰਚੀ ਨਾਲ ਹੀ ਵੋਟਾਂ ਪੈਂਦੀਆਂ, ਪਰਚੀ ਨਾ ਪੈਂਦੀਆਂ ਜੀ। ਜੇ ਪਰਚੀ ਨਾਲ ਵੋਟਾਂ ਪੈਂਦੀਆਂ ਉਹਨਾਂ ਨੇ ਗਿਣਤੀ ਮਿੰਤੀ ਕਰਕੇ ਕਹਿਤਾ ਜੀ ਤੁਹਾਡੀ ਗੱਲ ਨਹੀਂ ਬਣਦੀ। ਜੋ ਬਾਈਡਨ ਸਾਹਿਬ ਜਿੱਤਦੇ ਤੇ ਉਹਨਾਂ ਨੇ ਇਹਨੂੰ ਜੇਤੂ ਡਿਕਲੇਅਰ ਕਰਤਾ। ਅੱਛਾ ਢਿੱਲੋਂ ਸਾਹਿਬ ਫਿਰ ਕਹਿੰਦੇ ਵੀ ਕੈਪਟਨ ਹੀ ਹੋਣਗੇ ਮੁੱਖ ਮੰਤਰੀ ਦੇ ਅਹੁਦੇਦਾਰ ਦਾਅਵੇਦਾਰ। ਬਿਲਕੁਲ ਜੀ, ਇਹ ਗੱਲ ਕਹੀ ਆਪਣੇ ਨੇ ਹਰੀਸ਼ ਰਾਵਤ ਨੇ ਜੀ, ਜਿਹੜੇ ਪੰਜਾਬ ਦੀ ਕਾਂਗਰਸ ਦੇ ਇੰਚਾਰਜ ਹੈ। ਔਰ ਇਹ ਗੱਲ ਉਹਨਾਂ ਨੇ ਕੋਈ ਪਹਿਲੀ ਵਾਰ ਨਹੀਂ ਕਹੀ। ਅੱਛਾ ਜੀ, ਇਹ ਤੋਂ ਪਹਿਲਾਂ ਵੀ ਕਹੀ ਹੈ। ਮੈਂ ਹਿੰਦੁਸਤਾਨ ਟਾਈਮਜ਼ ਦੇ ਵਿੱਚ ਇੱਕ ਖਬਰ ਪੜ੍ਹੀ ਸੀ, ਆਪਣਾ ਮੁੰਡਾ ਗਗਨ ਜਸੋਵਾਲ ਹੈ ਜੀ, ਉਹਨੇ ਖਬਰ ਲਿਖੀ ਸੀ। ਉਦੋਂ ਵੀ ਮਿਸਟਰ ਹਰੀਸ਼ ਰਾਵਤ ਜਲੰਧਰ ਆਇਆ ਸੀ। ਉਹਨੇ ਇਹਦੇ ਨਾਲ ਟਰੈਵਲ ਕੀਤਾ ਸੀ, ਬੈਠ ਕੇ ਇੰਟਰਵਿਊ ਜਿਵੇਂ ਆਪਣੇ ਪੱਤਰਕਾਰ ਕਰਦੇ ਹੁੰਦੇ, ਤੇ ਉਦੋਂ ਉਹਨੇ ਪੁੱਛਿਆ ਸੀ ਕੀ, ਤੇ ਉਹਨੇ ਸਪਸ਼ਟ ਕਿਹਾ ਸੀ ਕਿ ਸਾਡੇ ਕੋਲੇ ਹੈ ਹੀ ਹੋਰ ਕੁਛ ਨਹੀਂ ਜੀ, ਸਿਰਫ ਤੇ ਸਿਰਫ ਕੈਪਟਨ ਹੈ। ਹੁਣ ਵੀ ਜਿਹੜੇ ਹੈਗੇ ਮਿਸਟਰ ਹਰੀਸ਼ ਰਾਵਤ ਉਹ ਚੰਡੀਗੜ੍ਹ ਆਏ ਸੀ ਜੀ, ਕੈਪਟਨ ਦੇ ਨਾਲ ਮੁਲਾਕਾਤ ਕੀਤੀ ਹੈ। ਕੈਪਟਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਇਹ ਜਿਹੜਾ ਆਪਣਾ ਵਿਚਾਰ ਪ੍ਰਗਟ ਕੀਤਾ ਹੈ ਕਿ ਮੁੱਖ ਮੰਤਰੀ ਵਜੋਂ ਅਗਲਾ ਚਿਹਰਾ ਸਾਡੇ ਕੋਲੇ ਕੈਪਟਨ ਅਮਰਿੰਦਰ ਸਿੰਘ ਹੀ ਹੈ ਤੇ ਇਹੀ ਹੋਊਗਾ ਜੀ। ਇਹ ਵੀ ਖਬਰ ਹੈਗੀ ਕਿ ਨਵਜੋਤ ਸਿੱਧੂ ਦੇ ਭਵਿੱਖ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਡਿਸਕਸ਼ਨ ਕੀਤੀ ਹੈ ਜੀ। ਉਹਨੂੰ ਪਾਰਟੀ ਦੇ ਵਿੱਚ ਕੋਈ ਅਹੁਦਾ ਦੇਣਾ ਹੈ ਜਾਂ ਉਹਨੂੰ ਕੋਈ ਵਜ਼ਾਰਤੀ ਅਹੁਦਾ ਦੇਣਾ ਹੈ, ਇਹ ਮਾਮਲਾ ਵੀ ਕੱਲ ਡਿਸਕਸ ਹੋਇਆ ਹੈ। ਔਰ ਆਪਾਂ ਇਹ ਦੇਖਦੇ ਵੀ ਹਾਂ ਪਿਛਲੇ ਦਿਨਾਂ 'ਚ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ 'ਚ ਆਉਂਦਾ ਵੀ ਹੈ ਜੀ, ਔਰ ਉਹਨੇ ਆ ਕੇ ਵਿਧਾਨ ਸਭਾ ਦੇ ਵਿੱਚ ਉਹ ਬੋਲਿਆ ਵੀ ਹੈ। ਕੱਲ ਤੁਸੀਂ ਦੇਖਿਆ ਹੋਣਾ, ਕੱਲ ਸਿੱਧੀ ਟੱਕਰ ਹੁੰਦੀ ਹੈ ਉਹਦੀ ਬਿਕਰਮ ਸਿੰਘ ਮਜੀਠੀਆ ਨਾਲ ਜੀ। ਅਸਲ ਦੇ ਵਿੱਚ ਹੋਇਆ ਕੀ ਸੀਗਾ ਕਿ ਜਿਹੜਾ ਬਜਟ ਹੈ, ਬਜਟ ਪੇਸ਼ ਕੀਤਾ ਮਨਪ੍ਰੀਤ ਬਾਦਲ ਨੇ ਜੀ, ਤੇ ਮਨਪ੍ਰੀਤ ਬਾਦਲ ਬਾਰੇ ਆਪਾਂ ਜਾਣਦੇ ਹਾਂ ਕਿ ਉਹ ਸ਼ਹਿਰੋ ਸ਼ਾਇਰੀ ਦੇ ਵਿੱਚ ਬਹੁਤ ਤਕੜੇ ਹੈ। ਮਨਪ੍ਰੀਤ ਬਾਦਲ ਨੇ ਸ਼ਹਿਰੋ ਸ਼ਾਇਰੀ ਦੀ ਗੱਲ ਕਹੀ ਤੇ ਉਸੇ ਅੰਦਾਜ਼ ਦੇ ਵਿੱਚ ਹੀ ਕੱਲ ਫਿਰ ਜਦੋਂ ਕਾਊਂਟਰ ਕਰਨ ਵਾਸਤੇ ਆਏ ਮਜੀਠੀਆ ਸਾਹਿਬ, ਤੇ ਮਜੀਠੀਆ ਸਾਹਿਬ ਨੇ ਬਾਬਾ ਨਜ਼ਮੀ ਦੀ ਇੱਕ ਜਿਹੜੀ ਹੈਗੀ ਹੈ ਕਵਿਤਾ ਉਹ ਸੁਣਾਉਣੀ ਸ਼ੁਰੂ ਕਰਤੀ ਕਿ ਜਿਨ੍ਹਾਂ ਦੇ ਕੋਲੇ ਸਾਈਕਲ ਵੀ ਨਹੀਂ ਹੁੰਦਾ ਸੀ ਉਹ ਪਜੈਰੋ ਦੇ ਵਾਰਸ ਕਿਵੇਂ ਬਣ ਗਏ। ਉਹਨੇ ਕੁਛ ਇਹੋ ਜਿਹੀ ਗੱਲ ਕੀਤੀ ਤੇ ਇਹਦੇ ਤੇ ਚੰਨੀ ਨਾਲ ਦੀ ਨਾਲ ਹੀ ਬੋਲ ਪਿਆ, ਕਿਉਂਕਿ ਚੰਨੀ ਦੇ ਤੁਹਾਨੂੰ ਪਤਾ ਇੱਕ ਵਾਰੀ ਪੱਚ ਲਵਾਏ ਸੀ। ਹਾਂਜੀ, ਉਹ ਪੱਚਾਂ ਵਾਲੀ ਗੱਲ ਨੂੰ ਬਹੁਤ ਉਹਨੂੰ 2-2.5 ਮਹੀਨੇ ਜਲੀਲ ਕੀਤਾ ਸੀ। ਮੌਕਾ ਉਹਨੂੰ ਵੀ ਮਿਲ ਗਿਆ। ਉਹ ਕਹਿੰਦਾ ਮਜੀਠੀਆ ਸਾਹਿਬ ਗੱਲ ਤਾਂ ਤੁਸੀਂ ਕਹਿਤੀ ਪਰ ਫਸ ਗਏ। ਕਹਿੰਦਾ ਕੀ ਗੱਲ ਹੈ? ਉਹ ਕਹਿੰਦਾ ਜੀ ਇਹ ਦੱਸੋ ਵੀ ਐਡੇ ਐਡੇ ਹੋਟਲ ਕਿਵੇਂ ਬਣ ਗਏ? ਕੋਈ ਪੁੱਛੋ ਵੀ ਉਹਦਾ ਸੀ ਜਿਹੜਾ ਲਾਸਟ ਸੀ, ਪੁੱਛੋ ਵੀ ਐਡੇ ਐਡੇ ਹੋਟਲ ਕਿਵੇਂ ਬਣ ਗਏ, ਪੁੱਛੋ ਵੀ। ਫਿਰ ਉਹ ਕਹਿੰਦਾ ਜੀ ਜਿਹੜੇ ਅਮਰੀਕਾ ਵਗੈਰਾ ਦੇ ਵਿੱਚ ਕੀ ਪਲਾਜ਼ੇ ਅਲਾਟ ਬਣ ਗਏ ਹੈ,
ਉਹ ਕੀ ਹੈ ਪੁੱਛੋ ਜੀ। ਹੂੰ ਇਹ ਕਰਦਿਆਂ ਜਦੋਂ ਉਹਨੇ ਗੱਲ ਕੀਤੀ ਤੇ ਮਜੀਠੀਆ ਨੇ ਉਹਦਾ ਤਾਂ ਕੋਈ ਜਵਾਬ ਨਹੀਂ ਦਿੱਤਾ ਤੇ ਫਿਰ ਨਵਜੋਤ ਸਿੰਘ ਸਿੱਧੂ ਉੱਠ ਕੇ ਖੜਾ ਹੋ ਗਿਆ। ਹੂੰ ਉਹ ਕਹਿੰਦਾ ਜੀ ਕਿ ਖਟਾਰਾ ਜੀ ਹਰੇ ਰੰਗ ਦੀ ਕੋਇਲਸ ਕਾਰ ਹੁੰਦੀ ਸੀ ਹਾਂ ਤੇ ਕੋਇਲਸ ਕਾਰ ਤੋਂ 8 ਰੇਂਜ ਰੋਵਰਾਂ ਕਿਵੇਂ ਬਣ ਗਈਆਂ? ਹਾਂ ਪੁੱਛੋ ਜੀ। ਹਾਂ। ਇਹ ਗੱਲ ਕੱਲ ਸ਼ਹਿਰੋ ਸ਼ਹਿਰੀ ਦੇ ਵਿੱਚ ਵਾਹਵਾ ਕੁਛ ਹੋਇਆ। ਅੱਛਾ ਹੁਣ ਜਿਵੇਂ ਕੱਲ ਪਹਿਲੀ ਆਪਾਂ ਲੰਬੇ ਸਮੇਂ ਬਾਅਦ ਦੇਖਿਆ ਕਿ ਮਜੀਠੀਆ ਦੇ ਉੱਤੇ ਵਰਿਆ ਸਿੱਧੂ ਉਹਦੇ ਤੋਂ ਲੱਗਦੀ ਹੈ ਵੀ ਕੋਈ ਨਾ ਕੋਈ ਗੱਲ ਬਣੀ ਹੈ। ਹੂੰ ਸੋ ਕੈਪਟਨ ਅਮਰਿੰਦਰ ਦਾ ਜਿਹੜਾ ਨਾਂ ਅਨਾਉਂਸ ਕਰਨ ਵਾਲੀ ਗੱਲ ਹੈ, ਕੁੱਲ ਮਿਲਾ ਕੇ ਕਾਂਗਰਸ ਪਾਰਟੀ ਦੇ ਕੋਲੇ ਹੋਰ ਕੋਈ ਬੰਦਾ ਹੀ ਹੈ ਨਹੀਂ। ਹੂੰ ਇਹ ਕਾਂਗਰਸ ਪਾਰਟੀ ਦੀ ਬਦਕਿਸਮਤੀ ਹੈ। ਤੇ ਹੁਣ ਕੈਪਟਨ ਦਾ ਕਹਿੰਦੇ ਜਨਮ ਦਿਨ ਵੀ ਆ ਗਿਆ, ਹਾਂਜੀ 79ਵਾਂ। ਅੱਛਾ ਜੀ ਤੇ ਕੱਲ ਕੈਪਟਨ ਨੇ ਕਹਿੰਦੇ ਇਹ ਵੀ ਕਹਿਤਾ ਵੀ ਮੈਂ ਭਾਰ ਵੀ ਘਟਾ ਲਿਆ, ਅੱਛਾ ਤੰਦਰੁਸਤ ਵੀ ਹੈਗਾ, 10-15 ਸਾਲ ਹੈਗੇ ਹਾਲੇ ਹੈਗੇ ਆ ਜੀ। ਪੋਲਿਟਿਕਸ ਦੇ ਵਿੱਚ ਰਹਾਂਗੇ। ਹਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਇੱਕ ਹੁੰਦੇ ਸੀ ਸ਼ਕੀਲ ਅਹਿਮਦ, ਹਾਂਜੀ ਪੰਜਾਬ ਕਾਂਗਰਸ ਦੇ ਇੰਚਾਰਜ। ਜਿਹਨੇ ਡੈਥ ਹੋ ਗਈ ਮੇਰੇ ਖਿਆਲ ਨਹੀਂ ਡੈਥ ਨਹੀਂ ਹੋਈ, ਸ਼ਕੀਲ ਅਹਿਮਦ ਜਿਹੜੇ ਬਿਹਾਰ ਦੇ ਵਿੱਚ ਬਿਹਾਰ, ਹਾਂ, ਇੰਡੀਪੈਂਡੈਂਟ ਖੜਾ ਹੋ ਗਿਆ ਸੀ, ਹਾਂਜੀ, ਹਾਂਜੀ। ਹਟਾਤਾ ਸੀ ਜਨਰਲ ਸਕੱਤਰੀ ਤੋਂ ਉਹਨੂੰ। ਹੂੰ ਉਹ ਪ੍ਰਤਾਪ ਬਾਜਵੇ ਦੇ ਬੜਾ ਕਰੀਬ ਹੁੰਦਾ ਸੀ। ਅੱਛਾ ਜੀ ਤੇ ਕੈਪਟਨ ਉਦੋਂ ਜਿਹੜਾ ਹੈਗਾ ਉਹ ਹਾਸ਼ੀਏ ਤੇ ਸੀ। ਕਪਤਾਨ ਜਿਹੜਾ ਮਤਲਬ ਪ੍ਰਤਾਪ ਸਿੰਘ ਬਾਜਵਾ ਹੁੰਦਾ ਸੀ ਪ੍ਰਦੇਸ਼ ਦਾ ਪ੍ਰਧਾਨ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਬਿੱਟੂ ਨੂੰ ਗ੍ਰਿਫਤਾਰ ਕੀਤਾ ਬਠਿੰਡੇ। ਅੱਛਾ ਅੱਛਾ ਠੀਕ ਹੈ ਸ਼ਕੀਲ ਅਹਿਮਦ ਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਮੁਲਾਕਾਤ ਕਰਨ ਵਾਸਤੇ ਆਏ ਸੀ। ਜੇਲ੍ਹ ਦੇ ਬਾਹਰ ਅੱਗੇ ਆਪਣਾ ਪੱਤਰਕਾਰ ਭਾਈਚਾਰਾ ਖੜਾ ਸੀ, ਉਹਨਾਂ 'ਚ ਮੈਂ ਵੀ ਸੀ ਜੀ। ਉੱਥੇ ਗੱਲਾਂ ਕਰਨ ਲੱਗ ਗਈਆਂ ਵੀ ਬੜਾ ਧੱਕਾ ਹੋ ਰਿਹਾ ਜੀ ਤੁਹਾਡੇ ਨਾਲ, ਧੱਕਾ ਹੋਣ ਲੱਗ ਗਿਆ। ਪੱਤਰਕਾਰ ਕਹਿਣ ਲੱਗੇ ਪ੍ਰਤਾਪ ਬਾਜਵੇ ਨੂੰ, ਉਹ ਕਹਿੰਦਾ ਯਾਰ ਕਿਹੜਾ ਸਾਨੂੰ ਮੌਕਾ ਮਿਲ ਜਾਂਦੇ, ਸਰਕਾਰ ਬਣਾ ਲੈਂਦੇ ਤੇ ਫਿਰ ਅਸੀਂ ਕੱਢਾਂਗੇ ਰਗੜੇ ਬਾਦਲ ਕੇ। ਅੱਛਾ ਜੀ। ਉਹ ਇੱਕ ਪੱਤਰਕਾਰ ਨੇ ਵਿੱਚੋਂ ਕਹਿੰਦਾ ਜੀ ਕਿਤੇ ਸਮਝੌਤਾ ਤਾਂ ਨਹੀਂ ਹੋ ਜੂ। ਸ਼ਕੀਲ ਅਹਿਮਦ ਤਾਂ ਕੋਈ ਬੋਲਿਆ ਨਹੀਂ, ਕੋਲੇ ਬੈਠਾ ਜਨਰਲ ਸੈਕਟਰੀ ਇੰਚਾਰਜ। ਪ੍ਰਤਾਪ ਬਾਜਵਾ ਕਹਿੰਦਾ ਸਾਡੀ ਤਾਂ ਠੀਕ ਆ, ਫੌਜੀ ਦਾ ਦੇਖੋ ਕਿਤੇ ਉਹਦਾ ਨਾ ਹੋ ਜੇ। ਉਹ ਜਦੋਂ ਨੇ ਕੈਪਟਨ ਵੱਲ ਇਸ਼ਾਰਾ ਕੀਤਾ ਤੇ ਮੈਂ ਸ਼ਕੀਲ ਅਹਿਮਦ ਨੂੰ ਫਿਰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਇਹ ਇੱਥੇ ਇਹਨਾਂ ਦੇ ਸਿਰ ਜੋੜਨਾ ਆਏ ਹੋ ਕਿ ਪਾੜਨਾ ਆਏ ਹੋ? ਹਾਂ। ਕਹਿੰਦਾ ਕਿਆ ਮਤਲਬ? ਮੈਂ ਕਿਹਾ ਮਤਲਬ ਕੀ ਹੈ, ਤੇਰੇ ਸਾਹਮਣੇ ਬੰਦਾ ਇਹ ਕਹੀ ਜਾਂਦਾ ਵੀ ਉਹ ਸਮਝੌਤਾ ਕਰੂਗਾ, ਇਹਦਾ ਮਤਲਬ ਇਕੱਠੇ ਕੁੱਠੇ ਹੋਣ ਦੀ ਤਾਂ ਕੋਈ ਗੱਲ ਹੈ ਨਹੀਂ, ਉਮੀਦ ਤਾਂ ਹੈ ਨਹੀਂ। ਤੇ ਬਾਅਦ ਦੇ ਵਿੱਚ ਜਦੋਂ ਕੈਪਟਨ ਨੇ ਇਹ ਗੱਲ ਕਹਿ ਦਿੱਤੀ ਜੀ ਮੈਂ ਤਾਂ ਆਪਦੀ ਪਾਰਟੀ ਅਲੱਗ ਬਣਾਉਣ ਦੀ, ਉਹਨੇ ਪ੍ਰਪੋਜ਼ਲ ਆਪਣਾ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ। ਤੇ ਰਾਹੁਲ ਗਾਂਧੀ ਨੇ ਬੁਲਾ ਕੇ ਪੁੱਛਿਆ ਸੀਗਾ ਵੀ ਸੋਨੀਆ ਦੀ ਹਾਜ਼ਰੀ 'ਚ, ਕਹਿੰਦਾ ਜੀ ਮੈਂ ਸੁਣਿਆ ਵੀ ਤੁਸੀਂ ਅੱਡ ਪਾਰਟੀ ਬਣਾਉਣ ਬਾਰੇ ਸੋਚ ਰਹੇ ਹੋ। ਉਹ ਕਹਿੰਦਾ ਕਾਕਾ ਤੂੰ ਗਲਤ ਸੁਣਿਆ, ਮੈਂ ਤਾਂ ਰਜਿਸਟਰ ਕਰਵਾ ਲਈ, ਅਸੀਂ ਤਾਂ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਹਾਂ। ਤਾਂ ਉਹ ਥੋੜਾ ਜਿਹਾ ਜਦੋਂ ਉਹਨੇ ਭਵਾਨੀਆਂ ਤਰੀਆਂ ਤੇ ਫਿਰ ਸੋਨੀਆ ਨੇ ਉਹਨੂੰ ਕਿਹਾ ਵੀ ਇਹ ਮਤ ਭੁੱਲ ਕਾਕਾ, ਤੇਰੇ ਬਾਪ ਦਾ ਦੋਸਤ ਵੀ ਹੈ ਜੀ, ਇਹਨੂੰ ਠੀਕ ਤਰੀਕੇ ਨਾਲ। ਤੇ ਉਦੋਂ ਵੀ ਤੁਸੀਂ ਦੇਖਿਆ ਹੋਣਾ ਕਿ ਰਾਹੁਲ ਗਾਂਧੀ ਨੇ ਆਪ ਅਨਾਉਂਸ ਕੀਤਾ ਸੀ ਪਹਿਲੀ ਵਾਰੀ, ਕਾਂਗਰਸ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਅਨਾਉਂਸ ਕੀਤਾ ਸੀ ਪੰਜਾਬ ਦੇ ਵਿੱਚ ਆ ਕੇ ਕਿ ਕੈਪਟਨ ਹੀ ਸਾਡਾ ਮੁੱਖ ਮੰਤਰੀ ਹੋਊਗਾ। ਹੁਣ ਵੀ ਜਿਹੜਾ ਹੈਗਾ ਸ਼ਕੀਲ ਅਹਿਮਦ ਉਹ ਆ ਕੇ ਅਨਾਉਂਸ ਕਰ ਗਿਆ। ਸੋ ਕੁੱਲ ਮਿਲਾ ਕੇ ਜਦੋਂ ਕੋਈ ਦੂਜਾ ਬੰਦਾ ਪੈਦਾ ਹੀ ਨਹੀਂ ਹੋਣ ਦੇਣਾ ਜੀ ਕਾਂਗਰਸ ਦੇ ਵਿੱਚ। ਜੇ ਆਪਾਂ ਦੇਖੀਏ ਸੈਕੰਡ ਲਾਈਨ ਦੀ ਲੀਡਰਸ਼ਿਪ ਹੈ ਕਿਹੜੀ? ਪਹਿਲਾਂ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਜਿਹੜੀ ਹੈ ਪੀੜ੍ਹੀ ਦਰ ਪੀੜ੍ਹੀ ਲੀਡਰਸ਼ਿਪ ਤਿਆਰ ਕਰਦੇ ਹੁੰਦੇ ਸੀ, ਉਹ ਲੀਡਰਸ਼ਿਪ ਹੈ ਨਹੀਂ। ਇਹੀ ਕ੍ਰਾਈਸਿਸ ਹੈ ਹੁਣ। ਕੱਲ੍ਹ ਨੂੰ ਤੁਸੀਂ ਦੇਖੋ ਵੀ ਹਿਮਾਚਲ ਪ੍ਰਦੇਸ਼ ਹੈ ਜੀ, ਬਹੁਤ ਵੱਡੀ ਉਮਰ ਹੋ ਗਈ ਵੀਰਭੱਦਰ ਸਿੰਘ ਦੀ। ਜੇ ਤਾਂ ਵੀਰਭੱਦਰ ਸਿੰਘ ਹੈਗਾ ਤਾਂ ਕਾਂਗਰਸ ਹੈਗੀ ਜੀ, ਤੇ ਜੇ ਵੀਰਭੱਦਰ ਸਿੰਘ ਪਾਸੇ ਤਾਂ ਕਾਂਗਰਸ ਗਾਇਬ ਹੋ ਜਾਂਦੀ ਹੈ। ਔਰ ਜੇ ਕੱਲ੍ਹ ਨੂੰ ਖੁਦਾ ਨਾ ਖਾਸਤਾ ਉਹ ਨਾ ਰਿਹਾ ਫਿਰ ਕਾਂਗਰਸ ਦਾ ਬਣੂਗਾ ਕੀ? ਸੈਕੰਡ ਲਾਈਨ ਦੀ ਲੀਡਰਸ਼ਿਪ ਜਿਹੜੀ ਪੈਦਾ ਕਰਨ ਵਾਲੀ ਪੁਰਾਣੀ ਜਿਹੜੀ ਰਵਾਇਤ ਸੀ, ਉਸ ਰਵਾਇਤ ਦੇ ਉਲਟ ਚੱਲਦੀ ਹੈ ਕਾਂਗਰਸ। ਹੁਣ ਤਾਂ ਖੈਰ ਗੱਲ ਇਹ ਹੈ ਵੀ ਕਾਂਗਰਸ ਪਾਰਟੀ ਦਾ ਜਿਹੜਾ ਕੌਮੀ ਦਫ਼ਤਰ ਹੈ ਰੈਗੂਲਰ ਪ੍ਰਧਾਨ ਤੋਂ ਬਗੈਰ ਤਾਂ ਉਹ ਵੀ ਖਾਲੀ ਪਿਆ। ਬਿਲਕੁਲ ਜੀ। ਤੇ ਕਹਿੰਦੇ ਸਾਡੇ ਜਿਹੜੇ ਪੁਰਾਣੇ ਆਕੇ ਸੀਗੇ ਜੀ ਭਾਰਤ ਦੇ, ਗੋਰੇ ਇੰਗਲੈਂਡ ਦੇ, ਉਹਨਾਂ ਦੀ ਸੰਸਦ ਦੇ ਵਿੱਚ ਵੀ ਕਿਸਾਨਾਂ ਦਾ ਮਸਲਾ ਗੂੰਜ ਗਿਆ ਜੀ। ਦੇਖੋ ਸਰਦਾਰ ਗੁਰਚਰਨ ਸਿੰਘ ਹੈ ਇੱਕ ਸੱਜਣ ਜੀ, ਪਹਿਲਾਂ ਤਾਂ ਆਪਾਂ ਉਹਨਾਂ ਦਾ ਧੰਨਵਾਦ ਕਰ ਦਈਏ ਕਿਉਂਕਿ ਗੁਰਚਰਨ ਸਿੰਘ ਨੇ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਸੀ ਜੀ, ਤੇ ਉਹਦੇ ਤੇ ਲੋਕ ਦਸਤਖਤ ਕਰਦੇ ਗਏ ਕਿ ਭਾਰਤ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ ਦੇ ਨਾਲ ਜੋ ਜ਼ਿਆਦਤੀ ਹੋ ਰਹੀ ਹੈ ਔਰ ਜਿਸ ਢੰਗ ਦੇ ਨਾਲ ਮੀਡੀਆ ਨੂੰ ਜੀ ਤੇ ਪੁਰਅਮਨ ਅੰਦੋਲਨ ਕਰਨ ਵਾਲੇ ਲੋਕਾਂ ਨੂੰ ਜ਼ਬਰ ਦਾ ਸਾਹਮਣਾ ਕਰਨਾ ਪੈ ਰਿਹਾ, ਇਹਦੇ ਤੇ ਇੰਗਲੈਂਡ ਦੀ ਜਿਹੜੀ ਹੈਗੀ ਹੈ ਪਾਰਲੀਮੈਂਟ ਦੇ ਵਿੱਚ ਬਹਿਸ ਹੋਣੀ ਚਾਹੀਦੀ ਹੈ। ਉਹਨਾਂ ਦੇ ਕੋਈ ਕਾਇਦਾ ਕਾਨੂੰਨ ਬਣਿਆ ਹੋਇਆ ਜੀ ਜੀ ਚਾਹੀਦਾ ਜੀ। 1 ਲੱਖ ਬੰਦੇ ਦੇ ਦਸਤਖਤ, ਪ੍ਰਧਾਨ ਵਾਲੀਆ ਸਾਹਿਬ ਉੱਥੇ ਦਸਤਖਤ 1 ਲੱਖ ਤੋਂ ਵੱਧ ਟੱਪ ਗਏ। ਅੱਛਾ ਜੀ। ਜਦੋਂ 1 ਲੱਖ ਤੋਂ ਵੱਧ ਟੱਪ ਗਏ ਤਾਂ ਫਿਰ ਜਿਹੜੀ ਹੈਗੀ ਹੈ ਉਹਨਾਂ ਦਾ ਜੋ ਸਿਸਟਮ ਹੈ, ਉਸ ਸਿਸਟਮ ਨੇ ਅਲਾਓ ਕਰਤਾ ਕਿ ਆਪਾਂ ਨੂੰ ਇਹਦੇ ਤੇ ਵਿਚਾਰ ਕਰ ਲੈਣੀ ਚਾਹੀਦੀ ਜੀ। ਪੰਜਾਬੀ ਮੂਲ ਦੇ 3-4 ਜਿਹੜੇ ਹੈਗੇ ਆ ਜੀ MP, ਜਿਨ੍ਹਾਂ ਦੇ ਵਿੱਚ ਇੱਕ ਤਾਂ ਤਰਨਮਨਜੀਤ ਸਿੰਘ ਢੇਸੀ ਹੈ ਜੀ, ਇੱਕ ਵਰਿੰਦਰ ਸ਼ਰਮਾ ਹੈ, ਇੱਕ ਬੀਬੀ ਪ੍ਰੀਤ ਕੌਰ ਗਿੱਲ ਹੈ ਜੀ। 3 ਤਾਂ ਹੈਗੇ ਸਾਡੇ ਚੜ੍ਹਦੇ ਪੰਜਾਬ ਦੇ। ਅੱਛਾ ਜੀ।
ਤੇ ਲਹਿੰਦੇ ਪੰਜਾਬ ਦੇ ਜਿਹੜੇ ਹੈਗੇ ਉਹ ਇੱਕ ਮੁਸਲਮਾਨ ਸੱਜਣ ਹੈਗੇ, ਜੀ। ਉਹ ਹੈ। ਚਾਰਾਂ ਨੇ ਇਹਨਾਂ ਨੇ ਕਿਹਾ ਵੀ ਹਾਂ ਠੀਕ ਹੈ, ਇਹ ਤੇ ਹੋਣਾ ਚਾਹੀਦਾ ਜੀ, ਪੈਰਵੀ ਇਹਨਾਂ ਨੇ ਕੀਤੀ। ਤੇ ਕੱਲ ਫਿਰ ਇਹ ਇਹਨਾਂ ਦੀ ਜਿਹੜੀ ਬਹਿਸ ਮੁਕੰਮਲ ਹੋ ਜੀ। ਗਈ। ਕੱਲ ਜਾਂ ਪਰਸੋਂ ਲਾ ਲਓ ਤੁਸੀਂ, ਆਪਣੇ ਕੋਲ ਖਬਰ ਆ ਜਾਈ ਹੈ। ਹਾਂਜੀ। ਉਹ ਬਹਿਸ ਮੁਕੰਮਲ ਹੋ ਗਈ। ਉਸ ਬਹਿਸ ਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਮਤਲਬ ਜਿਹੜੀ ਹੈਗੀ ਹੈ ਤਾਇਦ ਕੀਤੀ ਹੈ ਕਿ ਇਹ ਮਾਮਲਾ ਭਾਰਤ ਨਾਲ ਸੰਬੰਧਿਤ ਹੈ, ਜੀ। ਭਾਰਤ ਦਾ ਅੰਦਰੂਨੀ ਮਾਮਲਾ ਹੈ। ਇਹ ਗੱਲ ਵੀ ਐਮਪੀਜ਼, ਕੁਝ ਐਮਪੀਜ਼ ਨੇ ਕਹੀ ਕਿ ਭਾਰਤ ਦਾ ਅੰਦਰੂਨੀ ਮਾਮਲਾ ਹੈ। ਜੀ। ਜਿਹੜੀ ਹੈਗੀ ਹੈ ਤੁਹਾਡੀ ਕੰਜ਼ਰਵੇਟਿਵ ਪਾਰਟੀ, ਹਾਂਜੀ ਹਾਂਜੀ, ਉਹਦੇ ਇੱਕ ਐਮਪੀ ਨੇ ਤਾਂ ਇੱਥੋਂ ਤੱਕ ਵੀ ਗੱਲ ਕਹਿ ਦਿੱਤੀ ਹੈ ਕਿ ਜੀ ਸਾਨੂੰ ਇਸ ਮਾਮਲੇ ਨੂੰ ਡਿਸਕਸ ਨਹੀਂ ਕਰਨਾ ਚਾਹੀਦਾ। ਜੀ। ਲੇਕਿਨ ਜ਼ਿਆਦਾਤਰ ਜਿਹੜੇ ਐਮਪੀ ਸੀ ਉਹਨਾਂ ਨੇ ਕਿਹਾ ਜੀ ਸਾਨੂੰ ਡਿਸਕਸ ਕਰਨਾ ਚਾਹੀਦਾ ਹੈ। ਠੀਕ ਹੈ, ਭਾਵੇਂ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ, ਜੀ। ਪਰ ਜੇ ਪੁਰ ਅਮਨ ਰਹਿ ਕੇ ਕੋਈ ਬੰਦਾ ਅੰਦੋਲਨ ਕਰਦਾ, ਇਹ ਉਹਦਾ ਰਾਈਟ ਹੈ। ਜੀ। ਇਹ ਉਹਦਾ ਰਾਈਟ ਨਹੀਂ ਕੁਚਲਣਾ ਚਾਹੀਦਾ। ਮੀਡੀਆ ਦੀ ਆਜ਼ਾਦੀ ਬਾਰੇ ਵੀ ਗੱਲ ਉਹਨਾਂ ਨੇ ਕਹੀ ਜੀ, ਮੀਡੀਆ ਦੀ ਆਜ਼ਾਦੀ ਹੋਣੀ ਚਾਹੀਦੀ ਹੈ। 18 ਦੇ ਵਿੱਚੋਂ 17 ਜਿਹੜੇ ਪਾਰਲੀਮੈਂਟ ਦੇ ਮੈਂਬਰ ਹੈ ਜੀ, ਉਹਨਾਂ ਨੇ ਇਹਦੇ ਹੱਕ ਵਿੱਚ ਗੱਲ ਕੀਤੀ ਹੈ, ਕਿਸਾਨਾਂ ਦੇ ਹੱਕ ਵਿੱਚ ਕੀਤੀ ਹੈ। ਸੋ ਇਹਦਾ ਫਿਰ ਪ੍ਰਤੀਕਰਮ ਵੀ ਹੋਇਆ ਜੀ। ਜਿਹੜਾ ਭਾਰਤੀ ਸਫੀਰ ਹੈ ਉੱਥੇ ਜਾਂ ਸਫਾਰਤਖਾਨਾ ਹੈ, ਜਿਹਨੂੰ ਆਪਾਂ ਦੂਤ ਘਰ ਕਹਿ ਦਿੰਦੇ, ਉਹਨਾਂ ਨੇ ਕਿਹਾ ਜੀ ਇਹ ਜਿਹੜੀ ਹੈ ਤੱਥਾਂ ਤੇ ਆਧਾਰਿਤ ਨਹੀਂ ਬਹਿਸ, ਜੀ, ਸੁਣੀਆਂ ਸੁਣਾਈਆਂ ਗੱਲਾਂ ਤੇ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਇਹ ਗੱਲ ਕਹਿ ਰਹੇ ਆ ਕਿ ਭਾਰਤ ਦੇ ਵਿੱਚ ਮੀਡੀਆ ਆਜ਼ਾਦ ਨਹੀਂ, ਉਹ ਆਜ਼ਾਦ ਹੈ। ਤੇ ਇੱਥੋਂ ਤੱਕ ਕਹਿ ਕੇ ਇੰਗਲੈਂਡ ਦਾ ਮੀਡੀਆ ਵੀ ਉੱਥੇ ਹਾਜ਼ਰ ਹੈ ਇੰਡੀਆ ਦੇ ਵਿੱਚ। ਉਹ ਵੀ ਦੇਖਦੇ ਹੈ ਕਿ ਇੰਡੀਆ ਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਕਿੰਨੇ ਵਾਰੀ ਯਤਨ ਕੀਤੇ ਆ, ਕਿੰਨੀਆਂ ਮੀਟਿੰਗਾਂ ਹੋ ਗਈਆਂ ਵਗੈਰਾ ਵਗੈਰਾ। ਇਹ ਗੱਲ ਕਹੀ ਹੈ, ਪਰ ਇਹ ਤਾਂ ਹੁਣ ਆਪਾਂ ਜਾਣਦੇ ਹਾਂ ਜੀ ਕਿ ਮੀਡੀਆ ਦੀ ਹਾਲਤ ਪੰਜਾਬ ਦੇ ਵਿੱਚ ਵੀ ਕੀ ਹੈ, ਬਹੁਤ ਭੈੜੀ ਹਾਲਤ, ਭਾਰਤ ਦੇ ਵਿੱਚ ਮੀਡੀਆ ਦੀ ਕੀ ਹੈ। ਜਿਹੜਾ ਮੇਨ ਸਟ੍ਰੀਮ ਦਾ ਮੀਡੀਆ ਤਾਂ ਮੀਡੀਆ ਨਹੀਂ ਰਿਹਾ, ਉਹ ਤਾਂ ਖਤਮ ਹੀ ਕਰਤੇ। ਉਹ ਤਾਂ ਇੱਕ ਕਿਸਮ ਦਾ ਜਿਹੜਾ ਹੈਗਾ ਗੁਲਾਮ ਹੋ ਗਿਆ। ਉਹਨੂੰ ਜਿਵੇਂ ਮਰਜ਼ੀ ਬੁਲਾ ਲਓ, ਉਹੀ ਚੀਜ਼ ਹੈ। ਜਿਸ ਚੀਜ਼ ਦੇ ਤੇ ਬਹਿਸ ਹੋਣੀ ਚਾਹੀਦੀ ਹੈ, ਬਹਿਸ ਉਹ ਤੇ ਨਹੀਂ ਹੁੰਦੀ, ਬਹਿਸ ਹਿੰਦੂ ਮੁਸਲਮਾਨ ਤੇ ਹੋਣ ਲੱਗ ਜਾਂਦੀ, ਹੋਰ ਹੀ ਕੰਮ ਕੱਢ ਦਿੰਦੇ ਆ ਜੀ, ਹੋਰ ਹੀ ਕੰਮ ਕੱਢ ਦਿੰਦੇ ਆ। ਇਸ ਕਰਕੇ ਇਸ ਗੱਲ ਦਾ ਕੋਈ ਦਮ ਨਹੀਂ। ਤੇ ਇਹਦੇ ਤੇ ਫਿਰ ਭਾਰਤ ਸਰਕਾਰ ਵੀ ਕਾਫੀ ਖਫਾ ਹੋਈ ਹੈ ਜੀ। ਕੱਲ ਜਿਹੜਾ ਇੰਗਲੈਂਡ ਦਾ ਰਾਜਦੂਤ ਹੈ, ਉਹਨੂੰ ਵੀ ਬੁਲਾਇਆ ਗਿਆ ਤੇ ਉਹਨੂੰ ਵੀ ਬੁਲਾ ਕੇ ਮਤਲਬ ਉਹਨੂੰ ਕਿਹਾ ਗਿਆ ਵੀ ਇਹ ਤੁਸੀਂ ਸਾਡੇ ਦੇਸ਼ ਦੇ ਮਾਮਲੇ 'ਚ ਦਖਲ ਨਾ ਦਿਓ, ਇਹ ਸਾਡੇ ਅੰਦਰੂਨੀ ਮਾਮਲੇ 'ਚ ਦਖਲ ਹੈ। ਅੱਛਾ, ਜਦੋਂ ਆਪਾਂ ਦਿੰਦੇ ਆ ਉਦੋਂ ਕੋਈ ਨਹੀਂ। ਪਰ ਇੱਕ ਗੱਲ ਇਹ ਹੈ ਕਿ ਇਹ ਆਪਾਂ ਨੂੰ ਮੰਨਣਾ ਪੈਣਾ ਕਿ ਭਾਵੇਂ ਸਾਡੇ ਪੁਰਾਣੇ ਹੱਕ ਹੈ, ਅਸੀਂ ਉਹਨਾਂ ਦੇ ਗੁਲਾਮ ਰਹੇ ਹਾਂ। ਜਿਹੜੀ ਚੀਜ਼ ਭਾਰਤ ਦੀ ਪਾਰਲੀਮੈਂਟ ਵਿੱਚ ਨਹੀਂ ਹੋਈ, ਇਸ ਮਾਮਲੇ ਦੇ ਉੱਤੇ ਬਹਿਸ ਭਾਰਤ ਦੀ ਪਾਰਲੀਮੈਂਟ ਵਿੱਚ ਹੋਣੀ ਚਾਹੀਦੀ ਸੀ। ਲੋਕ ਸਭਾ ਦੇ ਵਿੱਚ ਕਾਹਲੀ ਨਾਲ ਪਾਸ ਕਰਤਾ, ਰਾਜ ਸਭਾ ਦੇ ਵਿੱਚ ਤਾਂ ਵੋਟਿੰਗ ਜਿਹੜੀ ਕਰਵਾਉਣੀ ਬਣਦੀ ਸੀ ਡਿਮਾਂਡ ਦੇ ਬਾਵਜੂਦ ਉਹ ਵੀ ਨਹੀਂ ਕੀਤੀ। ਹੱਥ ਖੜੇ ਕਰਵਾ ਕੇ ਕਹਿੰਦਾ ਜੀ ਪਾਸ ਹੈ। ਘੱਟੋ ਘੱਟ ਇੰਗਲੈਂਡ ਦੀ ਸਾਡੇ ਪੁਰਾਣੇ ਮਾਲਕ ਹੈ, ਸਾਡੇ ਮਤਲਬ ਮਾਲਕ ਹੈ, ਅਸੀਂ ਉਹਨਾਂ ਦੇ ਗੁਲਾਮ ਰਹੇ, ਉਹਨਾਂ ਨੇ ਭਾਰਤ ਦੇ ਕਿਸਾਨਾਂ ਦੇ ਮਾਮਲੇ ਨੂੰ ਕੱਲ ਵਿਚਾਰਿਆ ਤਾਂ ਹੈ ਨਾ। ਘੱਟੋ ਇਹ ਇੱਕ ਤਸੱਲੀ ਵਾਲੀ ਗੱਲ ਹੈ ਕਿ ਕਿਸੇ ਦੁਨੀਆ ਦੀ ਕਿਸੇ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਦੇ ਉੱਤੇ ਨਿੱਠ ਕੇ ਵਿਚਾਰਤਾ ਹੋਈ ਹੈ, ਤੇ ਉਹ ਇੰਗਲੈਂਡ ਦੀ। ਜੀ। ਸੋ ਧੰਨਵਾਦ ਢਿੱਲੋਂ ਸਾਹਿਬ, ਤੁਹਾਡਾ ਸ਼ੁਕਰੀਆ ਜੀ। ਸੋ ਪ੍ਰੋਗਰਾਮ ਸਮਾਧਾਨ ਬਾਅਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਨਾਲ। ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਫਿਰ ਮਿਲਦੇ ਹਾਂ।